ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੌਜੂਦ ਨੇ। ਵਨ ਨੇਸ਼ਨ ਵਨ ਇਲੈਕਸ਼ਨ, ਇੱਕ ਦੇਸ਼ ਇੱਕ ਚੋਣ ਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਹੈ, ਅਸੀਂ ਉਸ ਉੱਤੇ ਵਿਸਥਾਰਤ ਗੱਲਬਾਤ ਕਰਾਂਗੇ ਕਿ ਆਖਿਰਕਾਰ ਉਹਦੇ ਕੀ ਪ੍ਰਭਾਵ ਪੈ ਸਕਦੇ ਨੇ, ਕੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ, ਜਾਂ ਕੇਂਦਰ ਸਰਕਾਰ ਦੀ ਮਨਸ਼ਾ ਕੀ ਹੈ, ਸੂਬਿਆਂ ਤੇ ਕਿੱਦਾਂ ਦਾ ਪ੍ਰਭਾਵ ਪੈਣਾ, ਫੈਡਰਲ ਢਾਂਚੇ ਦੇ ਉੱਤੇ, ਲੋਕਤੰਤਰ ਦੀ ਜਾਂ ਸੰਵਿਧਾਨ ਦੀ ਜਦੋਂ ਗੱਲ ਤੁਰਦੀ ਹੈ, ਕਹਿੰਦੇ ਕਿ ਅਸੀਂ ਸੰਵਿਧਾਨ ਨੂੰ ਬਚਾਉਣ ਵਾਲੇ ਪਾਸੇ ਤੁਰ ਰਹੇ ਹਾਂ, ਜਾਂ ਵਿਰੋਧੀ ਧਿਰਾਂ ਜਿਵੇਂ ਕਹਿੰਦੀਆਂ ਕਿ ਸੰਵਿਧਾਨ ਨੂੰ ਤੋੜਨ ਵਾਲੇ ਪਾਸੇ, ਮੁਲਕ ਨੂੰ ਤੋੜਨ ਵਾਲੇ ਪਾਸੇ ਜਾ ਰਹੇ ਨੇ। ਉਸ ਉੱਤੇ ਚਰਚਾ ਹੋਏਗੀ ਤੇ ਨਾਲੋਂ ਨਾਲ ਪੰਜਾਬ ਸਰਕਾਰ ਬਾਰੇ ਵੀ ਗੱਲਬਾਤ ਹੋਏਗੀ। ਅੱਜ ਫੇਰ ਇੱਕ ਵੱਡੇ ਪੇਜ ਦਾ ਇਸ਼ਤਿਹਾਰ ਜਿਹੜਾ ਫਰੰਟ ਪੇਜ ਤੇ ਅਖਬਾਰਾਂ 'ਚ ਆਇਆ ਕਿ 76 ਹੋਰ ਆਮ ਆਦਮੀ ਜਿਹੜੇ ਕਲੀਨਿਕ ਨੇ ਉਹ ਸਪੁਰਦ ਕਰ ਦਿੱਤੇ ਗਏ ਨੇ, ਨਵੇਂ ਆਮ ਆਦਮੀ ਕਲੀਨਿਕ। ਤਕਰੀਬਨ ਇਹੀ ਕੰਮ ਬਣ ਗਿਆ ਸਰਕਾਰ ਦਾ ਕਿ ਹਰ ਛੋਟੀ ਤੋਂ ਛੋਟੀ ਤੇ ਵੱਡੀ ਗੱਲ ਦਾ ਇਸ਼ਤਿਹਾਰ ਦੇ ਦੇਣਾ। ਇਹਦਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਜਾਂ ਪੰਜਾਬ ਦੀ ਸਿਆਸਤ ਦੇ ਉੱਤੇ ਕਿੱਦਾਂ ਦਾ ਅਸਰ ਪੈਣਾ, ਆਉਣ ਵਾਲੀ ਜਿਹੜੀ ਸਿਆਸਤ ਹੈ, ਜੇ ਕੋਈ ਹੋਰ ਆਉਂਦਾ ਆ ਸੱਤਾ ਦੇ ਵਿੱਚ ਤਾਂ ਉਹਦੇ ਲਈ ਕਿਹੋ ਜਿਹੇ ਰਾਹ ਜਿਹੜੇ ਨੇ ਉਹ ਪੈਦਾ ਕੀਤੇ ਨੇ, ਛੱਡੇ ਜਾ ਰਹੇ ਨੇ। ਇਹਦੇ ਉੱਤੇ ਵੀ ਗੱਲਬਾਤ ਕਰਾਂਗੇ ਜੋ ਕੁਝ ਪੰਚਾਇਤੀ ਚੋਣਾਂ ਦਾ ਰੌਲਾ ਪਿਆ ਜਾਂ ਪਟਵਾਰੀਆਂ ਦਾ ਪਿਆ ਹੋਇਆ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਗੱਲ ਇੱਕ ਦੇਸ਼ ਇੱਕ ਚੋਣ ਦੀ ਆ। ਇਹ ਜਿਹੜਾ ਹੁਣ ਵਰਤਾਰਾ ਨਵਾਂ ਵਾਪਰਨ ਜਾ ਰਿਹਾ ਆ, ਹਾਲਾਂਕਿ ਇਹ ਵੀ ਕਹਿ ਸਕਦੇ ਹਾਂ ਕਿ ਸ਼ਗੂਫਾ ਵੀ ਛੱਡਿਆ ਹੋ ਸਕਦਾ ਆ। ਮੈਂ ਸੁਣ ਰਿਹਾ ਸੀ ਕਿਤੇ ਕਿ ਜਿਹੜਾ ਨਵਾਂ ਸੈਸ਼ਨ ਇਹਨਾਂ ਨੇ ਸੱਦਿਆ ਆ ਤਾਂ ਉਹਦੇ ਵਿੱਚ ਸ਼ਾਇਦ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਵੀ ਕੋਈ ਗੱਲਬਾਤ ਅੱਗੇ ਤੁਰ ਸਕਦੀ ਹੈ। ਪਰ ਐਡੀ ਕਾਹਲੀ ਕੀ ਹੈ? ਆਖਿਰਕਾਰ ਬੀਜੇਪੀ ਕੀ ਚਾਹੁੰਦੀ ਹੈ ਜਾਂ ਉਹਨਾਂ ਦੀ ਮਨਸ਼ਾ ਕੀ ਹੈ ਤੇ ਇਹਦੇ ਪ੍ਰਭਾਵ ਕੀ ਪੈ ਸਕਦੇ ਨੇ, ਜਿਹੜੇ ਮੈਂ ਸਵਾਲ ਮੁੱਢ 'ਚ ਕੀਤੇ ਸੀ। ਠੀਕ ਹੈ ਕਿ ਜਿਹੜਾ ਨਵਾਂ ਸ਼ੁਰੂ ਕੀਤਾ ਹੈ ਇੱਕ ਦੇਸ਼ ਇੱਕ ਚੋਣ, ਜਾਂ ਕੇਂਦਰ ਤੇ ਰਾਜਾਂ ਦੀਆਂ ਚੋਣਾਂ ਇੱਕੋ ਸਮੇਂ 'ਚ ਹੋਣੀ ਚਾਹੀਦੀਆਂ ਸੀਗੀਆਂ। ਇਸ ਲਈ ਸਾਡੀ ਬਿਗਨਿੰਗ ਤਾਂ ਪਹਿਲਾਂ ਇਸੇ ਤਰੀਕੇ ਨਾਲ ਹੋਈ ਸੀਗੀ। ਪਹਿਲੀਆਂ 4 ਚੋਣਾਂ ਜਿਹੜੀਆਂ ਸੀਗੀਆਂ ਲੋਕ ਸਭਾ ਦੀਆਂ ਤੇ ਬਹੁਤੀਆਂ ਸਟੇਟ ਅਸੈਂਬਲੀਜ਼ ਦੀਆਂ, ਉਹ ਲਗਾਤਾਰ ਜਿਹੜੀਆਂ ਸੀਗੀਆਂ ਇੱਕੋ ਸਮੇਂ ਹੁੰਦੀਆਂ ਰਹੀਆਂ। ਪਹਿਲੀ ਚੋਣ ਜਿਹੜੀ ਸੀ ਉਹ ਅਕਤੂਬਰ 1951 ਤੋਂ ਸ਼ੁਰੂ ਹੋਈ ਸੀ, ਜਾ ਕੇ ਅਪ੍ਰੈਲ ਮਈ ਦੇ ਵਿੱਚ ਉਹ ਖਤਮ ਹੋਈ ਸੀ। ਉਦੋਂ ਇਹਨਾਂ ਢਾਂਚਾ ਨਹੀਂ ਸੀ ਹੁੰਦਾ ਇਲੈਕਸ਼ਨ ਕਰਾਉਣ ਦਾ। ਸੋ ਜਿਹੜੀ 52 ਵਾਲੀ ਇਲੈਕਸ਼ਨ ਸੀ, 52 ਵਾਲੀ, 57 ਵਾਲੀ ਸੀ, 62 ਵਾਲੀ ਸੀ ਤੇ 67 ਵਾਲੀ ਜਿਹੜੀ ਸੀ, ਸਾਰੀਆਂ ਇਕੱਠੀਆਂ ਹੋਈਆਂ। ਪਰ ਕਿਉਂਕਿ ਸਾਡੇ ਪਾਰਲੀਮੈਂਟਰੀ ਨਿਜ਼ਾਮ ਹੈਗਾ ਵਾ, ਪਾਰਲੀਮੈਂਟਰੀ ਨਿਜ਼ਾਮ ਦੇ ਵਿੱਚ ਭਾਵੇਂ ਪਾਰਲੀਮੈਂਟ ਦੀ ਤਾਂ ਭਾਵੇਂ ਜਿਹੜੀ ਹੈਗੀ ਸਟੇਟ ਅਸੈਂਬਲੀ ਦੀ, ਸੰਵਿਧਾਨ ਦੇ ਵਿੱਚ ਟਰਮ ਫਿਕਸ ਹੁੰਦੀ ਆ। 5 ਸਾਲ ਸੀ ਪਹਿਲੋਂ, 42nd ਅਮੈਂਡਮੈਂਟ ਜਾਣ ਕੇ 6 ਸਾਲ ਕੀਤੀ ਸੀਗੀ। ਪਰ ਸਰਕਾਰ ਉਹਨਾਂ ਚਿਰ ਹੀ ਬਣੀ ਰਹਿੰਦੀ ਆ ਜਿੰਨਾ ਚਿਰ ਉਹਨਾਂ ਨੂੰ ਉਹਦਾ ਜਿਹੜਾ ਹਾਊਸ ਦੇ ਵਿੱਚ ਜਿਹੜਾ ਹੁੰਦਾ ਬਹੁਮਤ ਪ੍ਰਾਪਤ ਹੁੰਦਾ। ਤੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੋਵੇ ਸ਼ਾਇਦ ਜਿਹੜੇ ਪਹਿਲਾ ਗਵਰਨਰੀ ਰੂਲ ਦੇਸ਼ 'ਚ ਲੱਗਾ ਸੀ ਤੇ ਉਹ ਜਿਹੜੀ ਰਾਣੇਵਾਲਾ, ਗਿਆਨ ਸਿੰਘ ਰਾਣੇਵਾਲੇ ਦੀ ਸਰਕਾਰ ਸੀ ਪੈਪਸੂ ਵਾਲੀ, ਉਹਨੂੰ ਤੋੜਿਆ ਗਿਆ ਸੀ। 56 ਦੇ ਵਿੱਚ ਪੈਪਸੂ ਜਿਹੜਾ ਸੀ ਪੰਜਾਬ 'ਚ ਮਰਜ ਕਰਤਾ ਸੀਗਾ। ਫੁੱਲ ਫਲੈਸ਼ ਸਟੇਟ ਜਿਹੜਾ ਸੀਗਾ ਉਹ ਕੇਰਲਾ ਦੇ ਵਿੱਚ 1960 ਦੇ ਵਿੱਚ, 59-60 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਰੂਲ ਆਤਾ ਸੀ, ਕਿਉਂਕਿ 57 ਦੇ ਵਿੱਚ ਇਹ ਦੇਸ਼ ਦੇ ਵਿੱਚ ਪਹਿਲੀ ਜਿਹੜੀ ਨਾਨ ਕਾਂਗਰਸ ਗਵਰਨਮੈਂਟ ਉੱਥੇ ਬਣੀ ਸੀਗੀ। ਇਸ ਤੋਂ ਬਾਅਦ 67 ਆਉਂਦਾ ਵਾ ਤੇ ਕਾਂਗਰਸ ਪਾਰਟੀ ਜਿਹੜੀ ਆ ਉਹ ਰਾਜਾਂ ਦੇ ਵਿੱਚ ਕਮਜ਼ੋਰ ਹੋ ਜਾਂਦੀ ਆ, ਰੀਜਨਲ ਪਾਰਟੀਆਂ ਜਿਹੜੀਆਂ ਉਹ ਵਰਜ ਹੋ ਜਾਂਦੀਆਂ। ਕਿਉਂਕਿ 56 ਦੇ ਵਿੱਚ ਜਦੋਂ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਬਣਿਆ ਕਿ ਸਟੇਟਾਂ ਦੀ ਜਿਹੜੀ ਹੈਗੀ ਬਣਤਰ ਹੈਗੀ ਉਹ ਭਾਸ਼ਾ ਦੇ ਆਧਾਰ ਦੇ ਉੱਤੇ, ਬੋਲੀ ਦੇ ਆਧਾਰ ਦੇ ਉੱਤੇ ਹੋਈ ਆ, ਤੇ ਉਹਦੇ ਨਾਲ ਨਵੀਆਂ ਰੀਜਨਲ ਪੋਲੀਟੀਕਲ ਪਾਰਟੀ ਜਿਹੜੀਆਂ ਵਾ ਉਹ ਉਹਦੇ ਵਿੱਚ ਜਿਹੜੀਆਂ ਖਾਸ ਕਰਕੇ ਪੋਲੀਟੀਕਲ ਸੱਤਾ ਦੇ ਵਿੱਚ ਹੈਗੀਆਂ। ਜਿੱਦਾਂ ਫਾਰ ਐਗਜ਼ਾਮਪਲ ਪੰਜਾਬ ਦੇ ਵਿੱਚ ਅਕਾਲੀ ਦਲ ਪਹਿਲੀ ਵਾਰੀ 1967 ਦੇ ਵਿੱਚ ਜਿਹੜਾ ਵਾ ਉਹ ਤਾਕਤ ਦੇ ਵਿੱਚ ਆਉਂਦਾ। ਪਰ ਜਦੋਂ ਰੀਜਨਲ ਪਾਰਟੀਆਂ ਮਰਜ ਹੁੰਦੀਆਂ, ਇਹ ਇੰਨੀਆਂ ਜ਼ਿਆਦਾ ਇਹਨਾਂ ਦਾ ਆਰਗੇਨਾਈਜੇਸ਼ਨ ਸਟਰਕਚਰ ਜਿਹੜਾ ਉਹ ਇੰਨਾ ਸਟਰੋਂਗ ਨਹੀਂ ਹੁੰਦਾ। ਤੇ ਇਸ ਕਰਕੇ ਉਹ ਜਿਹੜੀਆਂ ਪਾਰਟੀਆਂ ਤੁਸੀਂ ਦੇਖੋ ਕਿ ਉਹ ਡਿਫੈਕਸ਼ਨ ਹੋਈ ਜਾਂਦੀ ਹੈ। ਡਿਫੈਕਸ਼ਨ ਲਾ ਵੀ ਭਾਵੇਂ 85 'ਚ ਬਣ ਗਿਆ, 86 'ਚ, ਪਰ ਉਹ ਬਹੁਤਾ ਜ਼ਿਆਦਾ ਇਫੈਕਟਿਵ ਨਹੀਂ ਹੈ। ਤੇ ਜੋੜ ਤੋੜ ਦਾ ਜਿਹੜਾ ਸਮਾਂ ਸ਼ੁਰੂ ਹੋ ਜਾਂਦਾ ਸੀ। ਤੁਸੀਂ ਦੇਖੋ ਪੰਜਾਬ ਦੇ ਵਿੱਚ 67 ਦੇ ਵਿੱਚ ਸਰਕਾਰ ਜਿਹੜੀ ਬਣੀ ਸੀ ਉਹ 5 ਸਾਲ ਦੀ ਬਣੀ ਸੀ। ਉਹਦੀ ਇਲੈਕਸ਼ਨ 72 'ਚ ਹੋਣੀ ਚਾਹੀਦੀ ਸੀਗੀ, ਪਰ 67 'ਚ ਇਲੈਕਸ਼ਨ ਹੋ ਗਈ, 69 'ਚ ਹੋ ਗਈ, 72 'ਚ ਹੋ ਗਈ। ਉਸ ਤੋਂ ਬਾਅਦ ਇਹ ਹੋਇਆ ਕਿ ਵਰਤਾਰਾ ਚੱਲਦਾ ਰਿਹਾ, ਔਰ ਇਹ ਵਰਤਾਰੇ ਦੇ ਨਾਲ ਹੋਇਆ ਕਿ ਹਰ ਸਟੇਟ ਦੀ ਆਪਣੀ ਆਪਣੀ ਜਿਹੜੀ ਖਾਸ ਕਰਕੇ ਕਈ ਸਟੇਟਾਂ ਦੇ ਵਿੱਚ ਸਰਕਾਰਾਂ ਨੇ 5 ਸਾਲ ਪੂਰੇ ਕੀਤੇ ਆ, ਕਈਆਂ ਨੇ ਪੂਰੇ ਨਹੀਂ ਕੀਤੇ। ਆਪਾਂ ਨੂੰ ਯਾਦ ਹੋਣਾ, ਜੇ ਪੰਜਾਬ ਫੋਕਸ ਹੋਈਏ, ਕਿ ਪਹਿਲੀ ਵਾਰੀ ਅਕਾਲੀ ਦਲ ਨੇ ਜਾਂ ਨੌਨ ਕਾਂਗਰਸ ਸਰਕਾਰ ਨੇ 1997 ਤੋਂ ਲੈ ਕੇ 2002 ਤੱਕ ਜਿਹੜਾ ਹੈਗਾ ਸੀ ਆਪਣਾ ਪੂਰਾ ਸਮਾਂ ਜਿਹੜਾ ਸੀ 5 ਸਾਲ ਦਾ ਉਹ ਕੱਢਿਆ ਸੀਗਾ। ਤੇ ਇਸੇ ਕਰਕੇ ਰਾਜਾਂ ਦੀ ਗਿਣਤੀ ਹੌਲੀ ਹੌਲੀ ਵੱਧਦੀ 29, 28, 29 ਹੋ ਗਈ। ਤਾਂ ਇਹਦੇ ਨਾਲ ਹੋਇਆ ਕਿ
ਜਿਹੜੀਆਂ ਸਟੇਟਾਂ ਦੀ ਇਲੈਕਸ਼ਨ ਜਿਹੜੀ ਹੈਗੀ ਸੀ ਕਿ ਸਿਰਫ ਸਟੇਟਾਂ ਦੀ ਇਲੈਕਸ਼ਨ ਜਿਹੜੀ ਹੈਗੀ ਅਸੈਂਬਲੀ ਉਹਨਾਂ ਨੇ ਆਪਣੀ ਟਰਮ ਪੂਰੀ ਨਹੀਂ ਕੀਤੀ, ਪਾਰਲੀਮੈਂਟ ਨੇ ਵੀ ਬਹੁਤ ਵਧੀਆ ਆਪਣੀ ਟਰਮ ਪੂਰੀ ਨਹੀਂ ਕੀਤੀ। 77 ਚ ਪਹਿਲੀ ਵਾਰੀ ਅਸੀਂ ਦੇਖਿਆ, ਜਾਂ ਤੁਸੀਂ ਦੇਖਿਆ ਹੋਣਾ ਕਿ ਇੰਦਰਾ ਗਾਂਧੀ ਨੇ 71 ਦੇ ਵਿੱਚ ਜਿਹੜੀ ਹੈਗੀ ਸੀ ਉਹ ਇਲੈਕਸ਼ਨ ਕਰਵਾ ਦਿੱਤੀ ਸੀ, ਉਹਨੂੰ 72 ਚ ਹੋਣੀ ਚਾਹੀਦੀ ਸੀਗੀ। ਔਰ ਇਸ ਤੋਂ ਬਾਅਦ 77 ਤੋਂ ਇਲੈਕਸ਼ਨ ਹੋਈ ਸੀ, ਜਨਤਾ ਪਾਰਟੀ ਨਹੀਂ ਚੱਲੀ, 80 ਦੇ ਵਿੱਚ ਇਲੈਕਸ਼ਨ ਹੋ ਗਈ, ਫਿਰ 85 ਦੇ ਵਿੱਚ ਚਲੋ ਹੋਈ, ਫਿਰ 89 ਚ ਜਿਹੜੀ ਇਲੈਕਸ਼ਨ ਹੋਈ ਆ ਤੇ ਉਹ 91 ਤੱਕ ਹੀ ਚੱਲੀ ਆ ਜਿਹੜੀ ਪਾਰਲੀਮੈਂਟ ਸੀ। 91 ਵਾਲੀ ਨੇ 5 ਸਾਲ ਪੂਰੇ ਕੀਤੇ, ਫਿਰ 96 ਦੇ ਵਿੱਚ ਹੋਈ ਆ, ਫਿਰ 98 ਚ ਹੋਈ ਆ, ਫਿਰ 99 ਦੇ ਵਿੱਚ ਇਲੈਕਸ਼ਨ ਹੋਈ ਆ। ਉਸ ਤੋਂ ਬਾਅਦ ਅਲਾਇੰਸ ਪੋਲਿਟਿਕਸ ਨਾਲ ਥੋੜਾ ਇਹ ਆਇਆ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਇਹ ਕਨਸੈਪਟ ਕੋਈ ਬਾਹਰੋਂ ਨਹੀਂ ਆਇਆ, ਪਰ ਜਿਸ ਕਿਸਮ ਦੇ ਰਾਜਨੀਤਿਕ ਸਾਡੇ ਹਾਲਾਤ ਬਣੇ ਹੋਏ ਆ ਉਹਦੇ ਵਿੱਚ ਇਸ ਵੇਲੇ ਜਿਹੜਾ ਇਹ ਏਜੰਡਾ ਲੈ ਕੇ ਆ ਰਿਹਾ ਉਹ ਏਜੰਡੇ 'ਚੋਂ ਬਦਬੂ ਆ ਰਹੀ ਹੈ। ਕਿਉਂਕਿ ਇਸ ਢਾਂਚੇ ਦੇ ਵਿੱਚ ਤੁਸੀਂ ਸੰਵਿਧਾਨ ਦੇ ਵਿੱਚ ਤੁਹਾਨੂੰ ਉਹਦੇ ਵਿੱਚ ਜਿਹੜੀ ਹੈਗੀ ਸੋਧ ਕਰਨੀ ਪਊਗੀ, ਔਰ ਸੋਧ ਵੀ 2/3 ਮੈਜੋਰਟੀ ਨਾਲ ਹੋਊਗੀ, ਔਰ ਤੁਹਾਨੂੰ ਅੱਧੇ ਤੋਂ ਵੱਧ ਸਟੇਟਾਂ ਦੀ ਜਿਹੜੀ ਕੰਸੈਂਟ ਲੈਣੀ ਪਊਗੀ। ਤਾਂ ਮੈਨੂੰ ਤੇ ਲੱਗਦਾ ਕਿ ਇਹ ਬੀਜੇਪੀ ਨੇ ਇੱਕ ਨਵੀਂ ਬਹਿਸ ਸ਼ੁਰੂ ਕੀਤੀ ਆ, ਔਰ ਉਸ ਸਮੇਂ ਦੀ ਬਹਿਸ ਸ਼ੁਰੂ ਕੀਤੀ ਆ ਜਦੋਂ ਇੰਡੀਆ ਦੀ ਮੀਟਿੰਗ ਜਿਹੜੀ ਹੈਗੀ ਆ ਜਾਂ ਆਪੋਜੀਸ਼ਨ ਪਾਰਟੀਆਂ ਦੀ ਮੀਟਿੰਗ ਜਿਹੜੀ ਹੈਗੀ ਆ ਉਹ ਬੰਬੇ ਦੇ ਵਿੱਚ ਹੋ ਰਹੀ ਆ। ਇੱਕ ਆਈਡੀਆ ਫਲੋਟ ਕੀਤਾ ਵਾ, ਹਾਂ, ਕਿਉਂਕਿ ਇੰਟੈਂਸ਼ਨਸ ਇਦਾਂ ਦੀਆਂ ਬੋਲਟੋਜ ਕਰਦੇ ਆ, ਜਿਸ ਤਰੀਕੇ ਨਾਲ ਇਹਨਾਂ ਨੇ ਕਸ਼ਮੀਰ ਦੇ ਵਿੱਚ ਕੀਤਾ, ਜਿਸ ਤਰੀਕੇ ਨਾਲ ਸੀਏ ਦੇ ਵਿੱਚ ਕੀਤਾ ਸੀ, ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਵੇਲੇ ਕੀਤਾ ਸੀਗਾ। ਪਰ ਹੁਣ ਇਹਨਾਂ ਨੂੰ ਇਹ ਵੀ ਸਮਝ ਆ ਗਈ ਆ ਕਿਉਂਕਿ ਬੀਜੇਪੀ ਦੇ ਵਿੱਚ ਸਾਰਾ ਕੁਝ ਠੀਕ ਨਹੀਂ, ਭਾਵੇਂ ਕਿ ਇਸ ਵੇਲੇ ਜੇ ਮੋਟੇ ਤੌਰ ਤੇ ਦੇਖਿਆ ਜਾਵੇ ਕਿ ਬੀਜੇਪੀ ਜਿਹੜੀ ਹੈਗੀ ਆ ਜਾਂ ਐਨਡੀਏ ਆ ਦੂਸਰਿਆਂ ਦੇ ਮੁਕਾਬਲੇ ਤੇ ਥੋੜਾ ਜਿਹਾ ਉਹਦਾ ਅਪਰ ਐਜ ਹੈਗਾ ਵਾ ਜੇ ਆਪਾਂ ਨੈਸ਼ਨਲ ਇਲੈਕਸ਼ਨ ਦੀ ਗੱਲ ਕਰਦੇ ਆ। ਪਰ ਬੀਜੇਪੀ ਨੂੰ ਵੀ ਲੱਗਦਾ ਕਿ 77 ਇੰਦਰਾ ਗਾਂਧੀ ਨਾਲ ਕੀ ਹੋਇਆ ਸੀਗਾ, 2004 ਦੇ ਵਿੱਚ ਅਟਲ ਬਿਹਾਰੀ ਦੀ ਸਰਕਾਰ ਨਾਲ ਕੀ ਹੋਇਆ ਸੀ, ਜਾਂ 89 ਦੇ ਵਿੱਚ ਰਾਜੀਵ ਗਾਂਧੀ ਦੀ ਸਰਕਾਰ ਨੂੰ ਕਿਸ ਤਰੀਕੇ ਨਾਲ ਲੋਕਾਂ ਨੇ ਲਾਂਭੇ ਕਰ ਦਿੱਤਾ ਸੀਗਾ। ਤਾਂ ਮੇਰਾ ਖਿਆਲ ਹੈ ਕਿ ਨਵੀਂ ਬਹਿਸ ਜਾਂ ਜਿਹੜੇ ਮੁੱਦੇ ਸਾਡੇ ਹੈਗੇ ਆ, ਤੁਸੀਂ ਦੇਖੋ ਅਡਾਨੀ ਦੇ ਮੁੱਦੇ ਦੇ ਉੱਤੇ ਸੈਕੰਡ ਰਿਪੋਰਟ ਆ ਗਈ ਆ ਔਰ ਬਹੁਤ ਕਲੀਅਰ ਹੈਗਾ, ਲੋਕਾਂ ਨੂੰ ਕੋਈ ਵਹਿਮ ਭਰਮ ਨਹੀਂ ਰਹਿਣਾ ਚਾਹੀਦਾ। ਮਲਕ ਸਾਹਿਬ ਨੇ ਬਹੁਤ ਵਾਰੀ ਕਹਿ ਦਿੱਤਾ ਕਿ ਪੈਸਾ ਕਿਹਦਾ ਵਾ, ਇਹ ਕੰਪਨੀਆਂ ਕਿਹਦੀਆਂ ਵਾ। ਇਸ ਕਰਕੇ ਜਿੰਨਾ ਖਿਲਾਰਾ ਪੈ ਚੁੱਕਾ ਹੈ, ਹਰ ਕਿਸਮ ਦਾ ਐਕਸਪੈਰੀਮੈਂਟ ਹੋ ਰਿਹਾ ਵਾ, ਕਮਿਊਨਲ ਪੋਲਰਾਈਜੇਸ਼ਨ ਹੋ ਰਹੀ ਆ, ਜੋ ਨੂਹ ਦੇ ਵਿੱਚ ਹੋਇਆ ਸੀਗਾ ਜਾਂ ਮਨੀਪੁਰ ਦੇ ਵਿੱਚ ਹੋਇਆ ਜਾਂ ਕਿਤੇ ਹੋਰ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਮੇਰੇ ਖਿਆਲ ਇੱਕ ਸੋਚੀ ਸਮਝਾ ਏਜੰਡਾ ਹੈ, ਸੋਚੀ ਸਮਝੀ ਇੱਕ ਪੋਲੀਟੀਕਲ ਸੋਚ ਹੈ। ਇਹ ਕਰਦੇ ਹੋਏ ਕਿ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਤਾਕਤ ਨੂੰ ਹੋਰ 5 ਸਾਲ ਤੱਕ ਅੱਗੇ ਲੈ ਚਲੀਏ, ਔਰ ਉਹਨਾਂ 5 ਸਾਲਾਂ ਦੇ ਵਿੱਚ ਜਿਸ ਏਜੰਡੇ ਦੀ ਗੱਲ ਕਰ, ਤੁਸੀਂ ਦੇਖਿਆ ਹੋਣਾ ਕਿ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਰੰਜਨ ਜਿਹੜੇ ਗੋਗੋਈ ਸਾਹਿਬ ਹੈਗੇ ਆ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਕਹਿ ਦਿੱਤਾ ਕਿ ਸਾਨੂੰ ਆਪਣਾ ਜਿਹੜਾ ਸੰਵਿਧਾਨ ਜਿਹੜਾ ਹੈਗਾ ਉਹਦੀ ਮੁਲਾਂਕਣ ਕਰਨ ਦੀ ਲੋੜ ਹੈਗੀ। ਤਾਂ ਇਹਦਾ ਮਤਲਬ ਇਹ ਹੈਗਾ ਕਿ ਇਹ ਕਿਸ ਪਾਸੇ ਵੱਲ ਜਾ ਰਹੇ ਆ। ਹਾਂ, ਇਹ ਜ਼ਰੂਰ ਹੋਗਾ ਜੇ ਬੁਲਡੋਜ਼ ਕਰਨਗੇ, ਧੱਕੇ ਨਾ ਕਰਨਗੇ, ਤੇ ਸ਼ਾਇਦ ਜਿਹੜਾ ਸੈਰਿਕ ਹੈਰਿਸਨ ਨੇ 1960 ਦੇ ਵਿੱਚ ਕਿਹਾ ਸੀਗਾ ਕਿ ਦੇਸ਼ ਲਈ ਬਹੁਤ ਵੱਡੀਆਂ ਮੁਸ਼ਕਲਾਂ ਦੁਸ਼ਵਾਰੀਆਂ ਪੈਦਾ ਹੋਣਗੀਆਂ, ਬਹੁਤ ਕਿਸਮ ਦੇ ਕੌਨਫਲਿਕਟ ਪੈਦਾ ਹੋਣਗੇ, ਸੂਬੇ ਆਪਸ ਵਿੱਚ ਲੜਨਗੇ, ਭਰਾ ਆਪਸ ਵਿੱਚ ਲੜਨਗੇ। ਮੈਨੂੰ ਨਹੀਂ ਸਮਝ ਆਉਂਦੀ ਕਿ ਇਸ ਸਮੇਂ ਬੀਜੇਪੀ ਨੇ ਕਿਸ ਮਕਸਦ ਵਾਸਤੇ ਜਾਂ ਕਿਸ ਏਜੰਡੇ ਤਹਿਤ, ਜਿਹੜਾ ਏਜੰਡਾ ਦੇਸ਼ ਲਈ ਇਸ ਸਮੇਂ ਜਿਹੜਾ ਹੈਗਾ ਉਹ ਚੈਲੰਜਿੰਗ ਹੋ ਸਕਦਾ, ਘਾਤਕ ਵੀ ਹੋ ਸਕਦਾ, ਜਾਂ ਇਹ ਹਫਰਾ ਦਫਰੀ ਪੈਦਾ ਕਰਨ ਵਾਲਾ ਆਪੋਜੀਸ਼ਨ ਪਾਰਟੀਆਂ ਦੇ ਵਿੱਚ ਹਫਰਾ ਦਫਰੀ ਪੈਦਾ ਕਰਨ ਦੀ ਇੱਕ ਸੋਚੀ ਸਮਝੀ ਸਟ੍ਰੈਟਜੀ ਵੀ ਹੋ ਸਕਦੀ ਹੈ। ਕੀ ਪ੍ਰੋਫੈਸਰ ਬੀਜੇਪੀ ਨੂੰ ਇਸ ਗੱਲ ਦਾ ਯਕੀਨ ਹੈ ਕਿ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਵਨ ਨੇਸ਼ਨ ਵਨ ਇਲੈਕਸ਼ਨ ਦੇ ਜ਼ਰੀਏ ਇੱਕੋ ਲਖਤ ਇੱਕ ਵਹਾ ਜਿਹੜਾ ਉਧਰਲੇ ਪਾਸੇ ਤੁਰ ਸਕਦਾ, ਜਾਂ ਕੋਈ ਇਹੋ ਜਿਹੀ ਅੰਦਰ ਖਾਤੇ ਗੇਮ ਚੱਲ ਰਹੀ ਹੈ ਕਿ ਉਹਦੇ ਨਾਲ ਲੋਕਾਂ ਦਾ ਮਾਈਂਡਸੈਟ ਜਿਹੜਾ ਇੱਕੋ ਦਮ ਚੇਂਜ ਹੋ ਜਾਏਗਾ? ਕਿਉਂਕਿ ਕੋਈ ਤਾਂ ਯਕੀਨ ਹੋਣਾ ਇਹਨਾਂ ਨੂੰ ਕਿ ਜੇ ਅਸੀਂ ਏਦਾਂ ਇਕੱਠੀਆਂ ਇਲੈਕਸ਼ਨ ਕਰਾ ਦਈਏ ਜਾਂ ਫਿਰ ਇਹਨੂੰ ਲੋਕਾਂ ਦੇ ਉੱਤੇ ਛੱਡ ਦਿੱਤਾ ਜਾਵੇ। ਜੇ ਕਹਿ ਦਿੱਤਾ ਜਾਂਦਾ ਕਿ ਲੋਕਾਂ ਦਾ ਵੋਟ ਦਾ ਅਧਿਕਾਰ ਹੈ, ਉਹ ਜਿਹਨੂੰ ਮਰਜ਼ੀ ਵੋਟ ਪਾਉਣ, ਇਹ ਭਾਵੇਂ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਰਨ ਜਾਂ ਜਿਸ ਵੀ ਢੰਗ ਦੇ ਨਾਲ ਭਾਵੇਂ ਅੱਜ ਹੀ ਚੋਣਾਂ ਕਰਾ ਲੈਣ, ਇਹ ਤਾਂ ਲੋਕਾਂ ਦੇ ਮੂਡ ਤੇ ਡਿਪੈਂਡ ਹੈ ਨਾ ਕਿ ਲੋਕ ਕਿਹਨੂੰ ਚੁਣਦੇ ਨੇ ਕਿਹਨੂੰ ਨਹੀਂ ਚੁਣਦੇ। ਇਸ ਲਈ ਕਹਿੰਦੇ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਇਸ ਕਿਸੇ ਤੋਂ, ਜੋ ਕੁਝ ਮਤਲਬ ਕਿ ਮੁਲਕ ਦੇ ਵਿੱਚ ਵਾਪਰ ਰਿਹਾ ਲੋਕ ਉਹਨੂੰ ਵੇਖ ਕੇ ਵੋਟਾਂ ਪਾਉਣਗੇ। ਜੇ ਮਹਿੰਗਾਈ ਦੀ ਗੱਲ ਹੁੰਦੀ ਹੈ ਜਾਂ ਹੋਰ ਕਿਸੇ ਘੱਟ ਗਿਣਤੀਆਂ ਨੂੰ ਦਬਾਇਆ ਜਾਂਦਾ ਹੈ ਤਾਂ ਉਹ ਆਪੋ ਆਪਣੀ ਸੋਚ ਦੇ ਮੁਤਾਬਕ ਪਾਉਣਗੇ। ਬੀਜੇਪੀ ਨੇ ਤਾਂ ਕਹਿੰਦੇ ਉਹਨਾਂ ਦਾ ਹੱਥ ਫੜ ਕੇ ਵੋਟ ਨਹੀਂ ਪਵਾਉਣੀ। ਸੁਖਜਿੰਦਰ ਸਿੰਘ ਜੀ, ਜਿਸ ਦਿਨ ਸੁਖਵਿੰਦਰ ਸਿੰਘ ਇਹ ਗੱਲ ਹੋ ਗਈ ਕਿ ਸਾਨੂੰ ਡਰਨ ਦੀ ਲੋੜ ਨਹੀਂ, ਜਿਸ ਦਿਨ ਅਸੀਂ ਇਹ ਡਿਸਟਿੰਕਟ ਕਰਨਾ ਸ਼ੁਰੂ ਕਰਤਾ ਕਿ ਵੋਟ ਪਾਉਣ ਵੇਲੇ ਕਿਹੜਾ ਸਾਡੇ ਲਈ ਹੱਕ ਦੇ ਵਿੱਚ ਆ, ਕਿਹੜੀ ਚੀਜ਼ ਸਾਡੇ ਫਾਇਦੇ ਦੇ ਵਿੱਚ, ਇਹ ਵੋਟਰ ਦੀ ਅਵੇਅਰਨੈਸ ਦੇ ਉੱਤੇ ਬਹੁਤ ਡਿਪੈਂਡ ਕਰਦਾ। ਮੈਂ ਨਹੀਂ ਕਹਿੰਦਾ ਕਿ ਵੋਟਰ ਦੀ ਅਵੇਅਰਨੈਸ ਨਹੀਂ ਹੋਈ, ਵੋਟਰ ਅਵੇਅਰ ਹੋਇਆ,
ਵੋਟਰ ਡਿਸਟਿੰਕਟ ਕਰਦਾ ਹੈ ਕਿ ਕਿਹਨੂੰ ਵੋਟ ਪਾਉਣੀ ਆ, ਕਿਹਨੂੰ ਵੋਟ ਨਹੀਂ ਪਾਉਣੀ, ਸਟੇਟ 'ਚ ਕਿਹਨੂੰ ਵੋਟ ਪਾਉਣੀ ਆ, ਸੈਂਟਰ ਦੇ ਵਿੱਚ ਕਿਹਨੂੰ ਪਾਉਣੀ ਹੈ। ਕੋਈ ਇਹ ਆ ਕਿ ਬੀਜੇਪੀ ਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਟੇਟਾਂ ਦੇ ਵਿੱਚ ਉਹਦੀ ਪੋਜੀਸ਼ਨ ਜਿਹੜੀ ਹੈਗੀ ਆ ਉਹ ਡਿਫਿਕਲਟ ਹੋ ਰਹੀ ਆ। ਖਾਸ ਕਰਕੇ ਜਨਰਲ ਇਲੈਕਸ਼ਨ ਤੋਂ ਪਹਿਲਾਂ ਜਿਹੜੀਆਂ 3 ਸਟੇਟਾਂ ਦੇ ਵਿੱਚ ਇਲੈਕਸ਼ਨ ਹੋਣੀ ਆ, ਰਾਜਸਥਾਨ ਹੈਗਾ, ਮੱਧ ਪ੍ਰਦੇਸ਼ ਹੈਗਾ, ਛੱਤੀਸਗੜ੍ਹ ਹੈਗਾ, ਜਿਸ ਤਰੀਕੇ ਨਾਲ ਕਰਨਾਟਕਾ ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ। ਪ੍ਰਧਾਨ ਮੰਤਰੀ ਜੀ 12 ਦਿਨ, ਇਹ ਹਿਸਟਰੀ 'ਚ ਰੈਕਡ ਹੈਗਾ ਕਿ ਕਿਸੇ ਵੀ ਸਟੇਟ ਦੀ ਇਲੈਕਸ਼ਨ ਦੇ ਵਿੱਚ ਦੇਸ਼ ਦੀ ਸਰਕਾਰ ਦਾ ਮੁਖੀਆ ਔਰ ਉਹ ਸਾਰੀ ਭਾਸ਼ਾ ਬੋਲੀ ਜਾਵੇ ਜਿਹੜੀ ਭਾਸ਼ਾ ਐਕਸੈਪਟੇਬਲ ਨਹੀਂ ਹੈ, ਔਰ ਉਹ ਸਾਧਨ ਵਰਤੇ ਜਾਣ ਜਿਹੜੇ ਸਾਧਨ ਤੁਹਾਡੇ ਜਿਹੜੀ ਹੈਗੀ ਆ ਕਿ ਕੋਈ ਹੋਰ ਕੰਪੀਟ ਹੀ ਨਹੀਂ ਕਰ ਸਕਦਾ, ਫਿਰ ਵੀ ਲੋਕਾਂ ਨੇ ਉਹਨੂੰ ਰਿਸਪੌਂਡ ਕੀਤਾ। ਐਕਸਪੈਰੀਮੈਂਟ ਕਰਨਾ ਚਾਹੀਦਾ, ਕਰਕੇ ਦੇਖ ਲੈਣ। ਪਰ ਬੀਜੇਪੀ ਨੂੰ ਇਹ ਲੱਗਦਾ ਹੈਗਾ ਕਿ ਅਜੇ ਵੀ ਨੈਸ਼ਨਲ ਲੈਵਲ ਦੇ ਉੱਤੇ ਜੇ ਅਸੀਂ ਵੋਟਾਂ ਇਕੱਠੀਆਂ ਕਰਦੇ ਹਾਂ ਤੇ ਨੈਸ਼ਨਲ ਏਜੰਡੇ ਜਿਹੜੇ ਆ ਡੋਮੀਨੇਟ ਕਰਨਗੇ। ਨੈਸ਼ਨਲ ਏਜੰਡੇ ਜਿਹੜੇ ਉਹਨਾਂ ਦੇ ਉਹੀ ਏਜੰਡਾ ਹੈਗਾ ਕਿ ਚੀਨ ਨਾਲ ਸਾਡਾ ਇਹ ਹੋਗਾ ਵਾ, ਇੰਡੀਆ ਇੱਕ ਪਾਵਰ ਮਰਜ ਹੋ ਰਹੀ ਆ, ਜਦੋਂ ਕਿ ਇੰਡੀਆ ਦਾ ਜਿਹੜਾ GDP ਹੈਗਾ, ਜਿਹੜੇ G20 ਜਿਨ੍ਹਾਂ ਦਾ ਅੱਜ ਕੱਲ੍ਹ ਰਾਮ ਰੌਲਾ ਪਿਛਲੇ ਲੰਮੇ ਸਮੇਂ ਤੋਂ ਪੈ ਰਿਹਾ ਵਾ, ਹਰ ਸਟੇਟਾਂ ਦੇ ਵਿੱਚ ਜੋ ਵੀ ਹੋ ਰਿਹਾ ਜਾ ਰਿਹਾ, ਜੋ ਵੀ ਉਹਨੂੰ ਜੋ ਮਰਜ਼ੀ ਕਹਿ ਲਓ ਤੁਸੀਂ, ਤੇ ਉਹਦਾ ਲਾਸਟ ਜਿਹੜਾ GDP ਦੇ ਵਿੱਚ ਜਿਹੜੇ 20 ਸਟੇਟਾਂ ਹੈਗੀਆਂ ਵਾ ਉਹਨਾਂ ਤੋਂ ਇੱਕ ਛੱਡ ਕੇ ਉਹ ਤੋਂ ਉੱਪਰਲੇ ਪਾਸੇ ਦੀ GDP ਹੈਗੀ ਆ। ਅਸੀਂ ਦੁਨੀਆ ਦੇ ਵਿੱਚ ਬਹੁਤ ਥੱਲੜੇ ਪਾਸੇ ਆ, ਪਰ ਢੰਡੋਰਾ ਪਿੱਟਿਆ ਜਾ ਰਿਹਾ ਹੈ। ਦੂਸਰੇ ਪਾਸੇ ਜਿਹੜੀ ਕ੍ਰੈਡੀਬਿਲਿਟੀ ਹੈਗੀ ਆਪੋਜੀਸ਼ਨ ਪਾਰਟੀਆਂ ਦੀ ਕੀ ਹੈ, ਜ਼ੀਰੋ ਹੈ ਇਸ ਵੇਲੇ ਮੋਟੇ ਤੌਰ ਤੇ ਲੀਡਰਾਂ ਦੀ। ਕਿੱਥੇ ਉਹ ਸਟੈਂਡ ਕਰਦੇ ਆ, ਉਹਨਾਂ ਦਾ ਕਿਰਦਾਰ ਕੀ ਉਹਦੇ ਵਿੱਚੋਂ, ਕਿਸ ਕਿਸਮ ਦਾ ਸਾਰਾ ਜਿਹੜਾ ਹੈਗਾ ਉਹ ਉਹਨਾਂ ਨੇ ਲੋਕਾਂ ਨੂੰ ਰਿਸਪੌਂਡ ਕੀਤਾ। ਤਾਂ ਇਹ ਗੱਲ ਤੁਹਾਡੀ ਠੀਕ ਹੈਗੀ ਕਿ ਲੋਕਾਂ ਨੇ ਜਿਹੜਾ ਹੈਗਾ ਕਿੱਦਾਂ ਆਪਣੇ ਤਰੀਕੇ ਨਾਲ ਦੇਖਣਾ। ਦਿੱਲੀ ਦੀ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ ਕਿ ਦਿੱਲੀ ਦੇ ਆਮ ਆਦਮੀ ਪਾਰਟੀ ਨੂੰ ਪਾਉਂਦੇ ਸੀ, ਫਿਰ ਬੀਜੇਪੀ ਨੂੰ ਪਾਉਂਦੇ ਆ, ਕਾਂਗਰਸ ਲਾਂਭੇ ਹੋ ਗਈ। ਅਸੀਂ ਵੋਟ ਇਦਾਂ ਵੀ ਪਾਉਂਦੇ ਆ ਕਿ ਮੇਰੀ ਵੋਟ ਜਾਇਆ ਨਾ ਜਾਵੇ, ਜਿਹਨੂੰ ਮੈਂ ਵੋਟ ਪਾਵਾਂ ਸਰਕਾਰ ਬਣਾਵੇ, ਇਸੇ ਚੱਕਰ 'ਚ ਵੀ ਵੋਟਾਂ ਅਸੀਂ ਉਸ ਪਾਸੇ ਵੱਲ ਪਾ ਦਿੰਦੇ ਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਬੀਜੇਪੀ ਦਾ ਇੱਕੋ ਇੱਕ ਏਜੰਡਾ ਹੈ ਕਿ ਇਹ ਸਾਰੀ ਸਟੇਟਾਂ ਦੀ ਇਲੈਕਸ਼ਨ ਨੂੰ, ਈਵਨ ਪੰਚਾਇਤਾਂ ਦੀ ਇਲੈਕਸ਼ਨ ਨੂੰ ਨੈਸ਼ਨਲਿਜ਼ਮ ਦੇ ਵਿੱਚ, ਅਲਟਰਾ ਨੈਸ਼ਨਲਿਜ਼ਮ ਦੇ ਵਿੱਚ ਲਿਜਾਇਆ ਜਾਵੇ, ਉਹ ਭਾਰਤ ਮਾਤਾ ਦੀ ਜੈ ਜੈਕਾਰ ਦੇ ਵਿੱਚ ਲਿਜਾਇਆ ਜਾਵੇ, ਉਹਨੂੰ ਜਿਹੜਾ ਉਹਨਾਂ ਦਾ ਏਜੰਡੇ ਹੈਗੇ ਆ ਉਹਦੇ ਵਿੱਚ ਲਿਆਂਦਾ ਜਾਵੇ। ਉਹ ਇਸ ਤਰੀਕੇ ਇਹਨਾਂ ਨੂੰ ਮੌਕਾ ਵੀ ਮਿਲ ਜਾਊਗਾ, ਸਾਧਨ ਇਹਨਾਂ ਦੇ ਕੋਲ ਹੈਗਾ, ਮੀਡੀਆ ਇਹਨਾਂ ਦੇ ਕੋਲ ਹੈਗਾ, ਰਿਸੋਰਸਿਸ ਇਹਨਾਂ ਦੇ ਕੋਲ ਹੈ। ਤਾਂ ਬੇਸਿਕਲੀ ਇੱਕ ਇਹਦਾ ਇੱਕ ਕਾਰਨ ਇਹ ਵੀ ਹੈਗਾ ਕਿ ਜਿਹੜਾ ਏਜੰਡਾ ਇਹਨਾਂ ਦਾ ਹੈਗਾ ਵਾ, ਜਿਹੜਾ ਉਹ ਵਨ ਨੇਸ਼ਨ ਵਾਲਾ, ਇਹ ਤਾਂ ਇੱਕ ਏਜੰਡਾ ਹੈ ਨਾ, ਵਨ ਨੇਸ਼ਨ ਤੇ ਵਨ ਇਲੈਕਸ਼ਨ ਵਾਲੀ ਪਾਸੇ। ਤਾਂ ਜਿਹੜੀ ਇਸ ਕਿਸਮ ਦੀ ਜਿਹੜਾ ਖਾਸ ਕਰਕੇ ਸੈਂਸ ਆਫ ਬਿਲੋਂਗਿੰਗ ਪੈਦਾ ਕਰਨੀ ਔਰ ਡਾਇਵਰਸਿਟੀ ਜਿਹੜੀ ਹੈਗੀ ਆ ਉਹਨੂੰ ਜਿਹੜਾ ਮਿਨੀਮਾਈਜ਼ ਕਰਨਾ, ਜਾਂ ਜਿਹੜੀਆਂ ਤੁਹਾਡੀਆਂ ਹੋਰ ਜਿਹੜੀਆਂ ਆਪਣੀਆਂ ਡਿਸਟਿੰਕਟ ਆਇਡੈਂਟੀਟੀਜ਼ ਹੈਗੀਆਂ ਵਾ, ਤੁਹਾਡਾ ਕਲਚਰ ਹੈਗਾ ਵਾ, ਉਹਨੂੰ ਮਿਨੀਮਾਈਜ਼ ਕਰਕੇ ਇੱਕ ਨਵੇਂ ਕਿਸਮ ਦਾ ਜਿਹੜਾ ਹੈਗਾ ਇੱਕ ਸੋਚ ਜਿਹੜੀ ਉਹ ਸਿਰਜਣੀ। ਤਾਂ ਇਸ ਕਰਕੇ ਇਹ ਸਾਰੇ ਇੱਕ ਵੱਡੇ ਏਜੰਡੇ ਦੇ ਤਹਿਤ ਹੈਗਾ। ਸ਼ਾਇਦ ਇਸ ਕਰਕੇ ਇਹਨਾਂ ਨੂੰ ਲੱਗਾ ਕਿ ਜੇ ਅਸੀਂ 5 ਸਾਲ ਹੋਰ ਤਾਕਤ ਦੇ ਵਿੱਚ ਆ ਜਾਂਦੇ ਆ ਤੇ ਜਿਹੜਾ ਏਜੰਡਾ ਇਹਨਾਂ ਨੇ ਸ਼ੁਰੂ ਕੀਤਾ ਉਹਨੂੰ ਇੰਸਟੀਟਿਊਸ਼ਨਲਾਈਜ਼ ਕਰ ਦੇਣਗੇ, ਉਹ ਜਿਹੜਾ ਏਜੰਡਾ ਸ਼ੁਰੂ ਕੀਤਾ ਵਾ ਉਹਨੂੰ ਹੋਰ ਅੱਗੇ ਲੈ ਜਾਣਗੇ ਤਾਂ ਕਿ ਪਿਛਾਂਹ ਨਾ ਮੁੜਿਆ ਜਾਵੇ। ਇਹ ਸਾਨੂੰ ਪਤਾ ਹੈ ਕਿ ਹੋਰ ਪਾਰਟੀਆਂ, ਕਾਂਗਰਸ ਹੀ ਇਹਦਾ ਆਲਟਰਨੇਟਿਵ ਆ, ਹੋਰ ਕਿਹੜੀ ਪਾਰਟੀ ਆਲਟਰਨੇਟਿਵ ਬਣੂਗੀ? ਬਾਕੀ ਤਾਂ ਰੀਜਨਲ ਪਾਰਟੀਆਂ ਹੈ ਕਿ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੇ ਆਲਟਰਨੇਟਿਵ ਬਣਨਾ ਵਾ। ਕਾਂਗਰਸ ਪਾਰਟੀ ਦਾ ਸਟਰਕਚਰ ਅਜੇ ਵੀ ਢਾਂਚਾਗਤ, ਖਾਸ ਕਰਕੇ ਆਰਗੇਨਾਈਜੇਸ਼ਨ ਸਟਰਕਚਰ ਵੀਕ ਹੈਗਾ। ਯੂਪੀ 'ਚ ਕਿਤੇ ਨਹੀਂ ਖਲੋਂਦੀ, ਬੰਗਾਲ 'ਚ ਕਿਤੇ ਨਹੀਂ ਹੈਗੀ, ਮਹਾਰਾਸ਼ਟਰ ਦੇ ਵਿੱਚ ਬਹੁਤ ਪਿੱਛੇ ਚਲੇ ਗਈ, ਸਦਰਨ ਸਟੇਟ 'ਚ ਤਾਂ ਕੋਈ ਰੈਲੇਵੈਂਸ ਨਹੀਂ ਹੈ। ਜਿੰਨਾ ਹਿੰਦੀ ਹਾਰਟਲੈਂਡ ਦੇ ਵਿੱਚ ਨੈਸ਼ਨਲ ਪਾਰਟੀ ਖੜੀ ਆ ਉੱਥੇ ਆਰਗੇਨਾਈਜੇਸ਼ਨਲੀ ਵੀਕ ਹੈ। ਤੁਸੀਂ ਦੇਖਿਆ ਨਾ ਪਿਛਲੀ ਵਾਰੀ ਸਰਕਾਰ ਤਾਂ ਬਣ ਗਈ ਸੀ ਰਾਜਸਥਾਨ ਦੇ ਵਿੱਚ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਵਿੱਚ ਕਾਂਗਰਸ ਦੀ, ਪਰ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਸੀਗੀਆਂ ਪਾਰਲੀਮੈਂਟ ਦੀਆਂ ਉਹ ਜਿਹੜੀ ਹੈਗੀ ਬੀਜੇਪੀ ਨੂੰ ਚਲੀ ਗਈਆਂ ਸੀਗੀਆਂ। ਸੋ ਬੀਜੇਪੀ ਦੀ ਇੱਕ ਕੈਲਕੂਲੇਸ਼ਨ ਹੈ, ਬੀਜੇਪੀ ਦੀ ਸਟ੍ਰੈਟਜੀ ਹੈ, ਬੀਜੇਪੀ ਕੋ ਖਾਸ ਕਰਕੇ ਰਿਸੋਰਸਸ ਹੈ, ਜਾਂ ਬੀਜੇਪੀ ਨੂੰ ਲੱਗਦਾ ਹੈ ਕਿ ਅਸੀਂ ਜਿਹੜਾ ਹੈਗਾ ਜਿਹੜਾ ਇਮੇਜ ਦਿੰਦੇ ਆ ਕਿ ਦੇਖੋ ਅਸੀਂ ਡਿਸੀਜ਼ਨ ਲੈ ਲੈਂਦੇ ਆ, ਅਸੀਂ ਜੋ ਕਰਨਾ ਚਾਹੁੰਦੇ ਆ ਭਾਵੇਂ ਉਹ ਗਲਤ ਕਰਦੇ ਆ ਚੰਗਾ ਕਰਦੇ ਆ, ਅਸੀਂ ਉਹ ਕਰ ਸਕਦੇ ਆ, ਸਾਡੇ ਕੋਲ ਡਿਸੀਜ਼ਨ ਲੈਣ ਦੀ ਕੈਪੈਸਿਟੀ ਹੈਗੀ ਆ। ਔਰ ਖਾਸ ਕਰਕੇ ਯੂਥ ਜਿਹੜੀ ਇਹ ਚਾਹੁੰਦੀ ਆ ਕਿ ਡਿਸੀਜ਼ਨ ਹੋਣੇ ਚਾਹੀਦੇ ਆ ਜਾਂ ਅੱਗੇ ਤੁਰਨਾ ਚਾਹੀਦਾ, ਉਹ ਹੋਰ ਪਾਸਾ ਨਹੀਂ ਦੇਖਦੇ। ਉਹਨਾਂ ਨੂੰ ਸੜਕ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ, ਉਹਨਾਂ ਲਈ ਹੋਰ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਬਾਹਰ ਹੋ ਜਾਂਦੀਆਂ। ਇਹ ਭੁਗਤਣੀਆਂ ਤਾਂ ਲਾਰਜਰ ਜਿਹੜੀ ਹੈਗੀ ਸਧਾਰਨ ਜਨਤਾ ਉਹਨਾਂ ਨੂੰ ਪੈਂਦੀ ਆ, ਜਿਹੜੀ ਬੀਜੇਪੀ ਦੀ ਇਸ ਰਾਜਨੀਤੀ ਨੂੰ ਬਹੁਤ ਚੰਗੀ ਤਰ੍ਹਾਂ ਸੂਟ ਕਰਦੀ ਆ। ਤਾਂ ਸਰ ਜਦੋਂ ਰਾਹੁਲ ਗਾਂਧੀ ਹੋਰਾਂ ਨੇ ਲੋਕ ਸਭਾ 'ਚ ਗੱਲ ਕੀਤੀ ਸੀਗੀ ਫੈਡਰਲਿਜ਼ਮ ਦੀ ਜਾਂ ਫਿਰ ਸੂਬਿਆਂ ਦੇ ਵੱਧ ਅਧਿਕਾਰਾਂ ਦੀ,
ਪਰ ਉਹਨੂੰ ਜ਼ੋਰ-ਸ਼ੋਰ ਦੇ ਨਾਲ ਪ੍ਰਚਾਰਿਆ ਨਹੀਂ ਗਿਆ। ਭਾਰਤ ਜੋੜੋ ਯਾਤਰਾ ਦਾ ਮਕਸਦ ਕੀ ਰਿਹਾ ਜਾਂ ਫਿਰ ਉਹਨੂੰ ਕਿਸ ਰੂਪ ਵਿੱਚ ਦੇਖਿਆ ਜਾਵੇ ਕਿ ਕੀ ਉਹ ਵੀ ਕੇਂਦਰ ਦੇ ਹੱਥ ਵਿੱਚ ਤਾਕਤਾਂ ਵਧਾਉਣ ਦੀ ਗੱਲ ਹੈ ਕਿ ਤੁਸੀਂ ਜਦੋਂ ਭਾਰਤ ਜੋੜੋ ਦੀ ਗੱਲ ਕਰਦੇ ਹੋ ਤਾਂ ਉਹਦਾ ਕੀ ਮਤਲਬ ਸਮਝਿਆ ਜਾਵੇ? ਤੁਸੀਂ ਜਿੰਨੀਆਂ ਕੇਂਦਰੀ ਪਾਰਟੀਆਂ ਨੇ ਉਹ ਸਿੱਧੇ ਰੂਪ ਦੇ ਵਿੱਚ ਆ ਕੇ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਉੱਤੇ ਆ ਕੇ ਕਿਉਂ ਨਹੀਂ ਗੱਲ ਕਰਦੀਆਂ ਕਿ ਇਹ ਹੋਣਾ ਹੀ ਚਾਹੀਦਾ, ਜਾਂ ਫਿਰ ਜਦੋਂ ਅਸੀਂ ਸੱਤਾ ਦੇ ਵਿੱਚ ਆਏ ਸਭ ਤੋਂ ਪਹਿਲਾਂ ਵੱਡਾ ਏਜੰਡਾ ਹੀ ਸਾਡਾ ਇਹ ਹੋਏਗਾ ਕਿ ਉਹਨਾਂ ਦੇ ਅਧਿਕਾਰ, ਉਹਨਾਂ ਨੂੰ ਜੋ ਕੇਂਦਰ ਦੇ ਵਿੱਚ ਹਥਿਆ ਲਏ ਗਏ, ਉਹਨਾਂ ਨੂੰ ਮੁੜ ਦੇ ਦਿੱਤੇ ਜਾਣ? ਕੀ ਇਹ ਜਿਹੜੀ ਪੁੱਠ ਚੜ ਜਾਂਦੀ ਹੈ, ਜਿਵੇਂ ਮੈਂ ਖੇਤਰੀ ਪਾਰਟੀਆਂ ਵੱਲ ਜੇ ਧਿਆਨ ਮਾਰ ਲਓ, ਉਹ ਵੀ ਅੱਜ ਕੱਲ ਇਦਾਂ ਲੱਗਦਾ ਹੈ ਕਿ ਉਹ ਵੀ ਕੇਂਦਰਵਾਦ ਦੇ ਜਾਂ ਰਾਸ਼ਟਰਵਾਦ ਦੇ ਰੰਗ ਵਿੱਚ ਰੰਗ ਜਾਂਦੀਆਂ ਨੇ। ਜਿਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਵਨ ਨੇਸ਼ਨ ਵਨ ਇਲੈਕਸ਼ਨ ਦੀ ਹਮਾਇਤ ਕਰ ਦਿੱਤੀ ਹੈ, ਜਾਂ ਕੋਈ ਹੋਰ ਇੱਕਾ ਦੁੱਕਾ ਜਿਹੜੇ ਬੀਜੇਪੀ ਦੇ ਨਾਲ ਖੇਤਰੀ ਪਾਰਟੀਆਂ ਜੁੜੀਆਂ ਹੋਈਆਂ ਕੋਈ ਮਾੜੀਆਂ ਮੋਟੀਆਂ ਸੀਟਾਂ ਤੇ, ਉਹ ਵੀ ਜੇ ਇਸ ਤਰੀਕੇ ਨਾਲ ਹਮਾਇਤ ਕਰਦੇ ਨੇ ਤਾਂ ਸਵਾਲ ਉਹਨਾਂ ਤੇ ਵੀ ਉੱਠਦਾ ਆ ਕੇ ਵੀ ਤੁਸੀਂ ਖੇਤਰੀ ਪਾਰਟੀਆਂ ਹੋ ਕੇ ਖੇਤਰ ਦੇ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਤੁਸੀਂ ਵੀ ਉਸ ਰੰਗ ਦੇ ਵਿੱਚ ਰੰਗੇ ਜਾਂਦੇ ਹੋ, ਭਾਵੇਂ ਉਹ ਭਗਵਾਵਾਦ ਦਾ ਹੋਵੇ, ਭਾਵੇਂ ਰਾਸ਼ਟਰਵਾਦ ਦਾ ਹੋਵੇ, ਭਾਵੇਂ ਉਹ ਕਾਂਗਰਸ ਲੈ ਕੇ ਆਵੇ ਕਿਸੇ ਵੀ ਰੰਗ ਰੂਪ ਦੇ ਵਿੱਚ। ਰਾਹੁਲ ਗਾਂਧੀ ਇੱਕ ਭਾਰਤ ਜੋੜੋ ਦੀ ਗੱਲ ਹੈ, ਇੱਕ ਭਾਰਤ ਦੇ ਲੋਕਾਂ ਨੂੰ ਜੋੜਨ ਦੀ ਗੱਲ ਹੈ। ਇਹਨਾਂ ਦੋਵਾਂ 'ਚ ਸਾਨੂੰ ਡਿਸਟਿੰਕਟ ਕਰਨਾ ਪਊਗਾ। ਰਾਹੁਲ ਗਾਂਧੀ ਦੀ ਯਾਤਰਾ ਜਿਹੜੀ ਸੀਗੀ ਉਹ ਲੋਕਾਂ ਨੂੰ ਜੋੜਨ ਦਾ, ਮੈਂ ਜਿਹੜੀ ਮੇਰੀ ਸਮਝ ਹੈਗੀ ਆ, ਕਿਉਂਕਿ ਮੈਂ ਨਾ ਤਾਂ ਰਾਹੁਲ ਗਾਂਧੀ ਦਾ ਕੋਈ ਸਪੋਕਸਪਰਸਨ ਹੈਗਾ, ਨਾ ਮੈਂ ਰਾਹੁਲ ਗਾਂਧੀ ਦਾ ਜਿਹੜਾ, ਪਰ ਜਿਹੜੀ ਮੇਰੀ ਸਮਝ ਹੈਗੀ ਆ, ਇਹ ਠੀਕ ਆ ਕਿ ਰਾਹੁਲ ਗਾਂਧੀ ਆਪਣੇ ਜਵਾਬ ਦੇ ਵਿੱਚ ਪਾਰਲੀਮੈਂਟ 'ਚ ਥਿੜਕ ਗਿਆ। ਰਾਹੁਲ ਗਾਂਧੀ ਨੂੰ ਥੋੜਾ ਹੋਰ ਮੈਚੁਰ ਬਿਆਨ ਦੇਣਾ ਚਾਹੀਦਾ ਸੀ। ਜਿਹੜੀ ਉਹਨੇ ਗੱਲ ਕਹੀ ਸੀ, ਮੈਨੂੰ ਪਤਾ ਨਹੀਂ ਜਦੋਂ ਮੈਂ ਚੱਲਿਆ ਸੀਗਾ ਤੇ ਮੇਰੇ ਸਾਹਮਣੇ ਕੋਈ ਏਜੰਡਾ ਨਹੀਂ ਸੀਗਾ, ਉਹਨੂੰ ਇਹ ਕਹਿਣਾ ਚਾਹੀਦਾ ਸੀ ਮੇਰੇ ਸਾਹਮਣੇ ਲੋਕਾਂ ਨੂੰ ਜੋੜਨ ਦਾ ਏਜੰਡਾ ਸੀਗਾ। ਤਾਂ ਇਸ ਕਰਕੇ ਰਾਹੁਲ ਗਾਂਧੀ ਦੀ ਯਾਤਰਾ ਨੂੰ ਮੈਂ ਤੇ ਇਸ ਤਰੀਕੇ ਨਾਲ ਜੋੜਨ ਦੀ ਗੱਲ ਕੀਤੀ ਆ। ਕਿੱਥੇ ਦੇਖੋ ਡਿਸਟਿੰਕਟ ਜਿਹੜਾ ਕੰਨਿਆ ਕੁਮਾਰੀ ਸੀ ਕਸ਼ਮੀਰ ਤੱਕ ਗਿਆ, ਲੋਕਾਂ ਦੇ ਵਿੱਚੋਂ ਵਿਚਰਿਆ, ਔਰ ਉਹਦਾ ਅਸਰ ਵੀ ਹੋਇਆ। ਕਰਨਾਟਕਾ ਦੇ ਵਿੱਚ ਜਿੰਨਾ 21 ਅਸੈਂਬਲੀ ਕਾਂਸਟੀਚੁਐਂਸੀ ਦੇ ਵਿੱਚ ਰਾਹੁਲ ਗਾਂਧੀ ਦੀ ਯਾਤਰਾ ਗਈ ਆ, ਉਹ 17 ਜਿੱਤੀਆਂ ਕਾਂਗਰਸ ਪਾਰਟੀ ਨੇ, ਪਹਿਲਾਂ ਉਹਨਾਂ ਕੋਲ 5 ਸੀਗੀਆਂ। ਰਾਹੁਲ ਗਾਂਧੀ ਦੀ ਜਿਹੜੀ ਕ੍ਰੈਡੀਬਿਲਿਟੀ ਹੈਗੀ ਆ, ਰਾਹੁਲ ਗਾਂਧੀ ਦਾ ਜਿਹੜਾ ਲੀਡਰਸ਼ਿਪ ਦਾ ਜਿਹੜਾ ਮਤਲਬ ਉਹ ਹੋਣਾ ਐਸਟੈਬਲਿਸ਼ ਨਹੀਂ, ਮੈਂ ਕਹਿੰਦਾ ਐਸਟੈਬਲਿਸ਼ ਨਹੀਂ ਹੋਇਆ, ਕੋਈ ਲੀਡਰ ਐਸਟੈਬਲਿਸ਼ ਨਹੀਂ ਹੁੰਦਾ, ਐਸਟੈਬਲਿਸ਼ ਲੀਡਰ ਸਾਨੂੰ ਚਾਹੀਦਾ ਵੀ ਨਹੀਂਗਾ। ਉਹਦਾ ਇਮੇਜ ਜਿਹੜਾ ਲੋਕਾਂ ਦਾ ਇਮੇਜ ਉਹਦੇ ਪ੍ਰਤੀ ਬਦਲਿਆ ਵਾ, ਉਹ ਉਸ ਯਾਤਰਾ ਦੇ ਥਰੂ ਹੋਇਆ, ਉਹ ਕਾਮਨ ਲੋਕਾਂ ਦੇ ਵਿੱਚ ਰਿਹਾ, ਔਰ ਉਹਨਾਂ ਨੂੰ ਜਿਹੜਾ ਜੇ ਉਹਨੇ ਅੰਡਰਸਟੈਂਡ ਕੀਤਾ ਹੋਊਗਾ ਪੋਲੀਟੀਕਲ ਲੀਡਰ ਹੈਗਾ। ਦੂਸਰੀ ਗੱਲ ਰਹੀ ਰੀਜਨਲ ਪਾਰਟੀਆਂ ਦੀ ਕ੍ਰੈਡੀਬਿਲਿਟੀ ਇਹ ਆ ਕਿ ਸਾਨੂੰ ਸਾਡੇ ਲੀਡਰਾਂ ਨੇ ਫੇਲ ਕੀਤਾ। ਪੰਜਾਬ ਦਾ ਇੰਡੀਆ ਦਾ ਡੈਮੋਕ੍ਰੈਟਿਕ ਸਿਸਟਮ, ਡੈਮੋਕ੍ਰੈਟਿਕ ਪ੍ਰੋਸੈਸ, ਡੈਮੋਕ੍ਰੈਟਿਕ ਇੰਸਟੀਟਿਊਸ਼ਨਸ, ਇੱਕ ਭੰਡ ਨੂੰ ਤੁਸੀਂ ਇੱਕ ਮਹਿਲ 'ਚ ਵਾੜ ਦੋ ਤੇ ਉਹ ਰਾਜਾ ਨਹੀਂ ਬਣਦਾ, ਉਹ ਸਾਰੇ ਮਹਿਲ ਨੂੰ ਜਿਹੜਾ ਹੈਗਾ ਉਹ ਸਰਕਸ ਬਣਾ ਦਿੰਦਾ। ਸਾਡਾ ਕ੍ਰਾਈਸਿਸ ਇਹ ਹੈਗਾ ਕਿ ਕ੍ਰੈਡੀਬਿਲਿਟੀ, ਕਿੰਨੇ ਲੀਡਰ ਜਿਹੜੇ ਹੈਗੇ ਆ ਉਹ ਰੇਪ ਦੇ ਕੇਸਿਸ 'ਚ ਇਨਵੋਲਡ ਹੈਗੇ, ਕਰਪਸ਼ਨ ਦੇ ਕੇਸਿਸ 'ਚ ਇਨਵੋਲਡ ਹੈਗੇ ਆ, ਕ੍ਰਿਮੀਨਲ ਕੇਸਿਸ 'ਚ ਇਨਵੋਲਡ ਹੈਗੇ ਆ। ਇਹ ਲੀਡਰਾਂ ਨੇ ਸਾਨੂੰ ਫੇਲ ਕੀਤਾ, ਇਹ ਲੀਡਰਾਂ ਦੀ ਇੰਟੈਂਸ਼ਨ ਨੇ ਫੇਲ ਕੀਤਾ। ਤੁਸੀਂ ਅਕਾਲੀ ਦਲ ਦੀ ਗੱਲ ਕੀਤੀ, ਮੈਨੂੰ ਤਾਂ ਬਹੁਤ ਵਧੀਆ ਵੀ ਅਕਾਲੀ ਦਲ ਖਲੋ ਕਿੱਥੇ ਆਉਣ ਦੀਆਂ ਚੋਣਾਂ। ਜੇ ਅਕਾਲੀ ਦਲ ਨੇ ਇਹ ਸਟੇਟਮੈਂਟ ਦਿੱਤੀ ਆ ਕਿ ਅਸੀਂ ਉਹਦੇ ਨਾਲ ਜਾਣਾ ਚਾਹੁੰਦੇ ਹਾਂ, ਬੀਜੇਪੀ ਨਾਲ ਲੈ ਨਹੀਂ ਰਹੀ, ਉਹਨੂੰ ਬਿਲਕੁਲ ਫਿਨਿਸ਼ ਕਰ ਰਹੀ ਹੈ। ਕਿਸੇ ਸਮੇਂ ਅਕਾਲੀ ਦਲ ਹੁੰਦਾ ਸੀ ਜਿਹੜਾ ਸਾਰੇ ਦੇਸ਼ ਦੀਆਂ ਜਿਹੜਾ ਹੈਗਾ ਸੀ ਲੋਕਾਂ ਦੀਆਂ ਐਸਪੀਰੇਸ਼ਨ ਦਾ ਜਿਹੜਾ ਇਹ ਰਿਪਰੈਜ਼ੈਂਟ ਕਰਦਾ ਸੀਗਾ। ਆਪੋਜੀਸ਼ਨ ਪਾਰਟੀਆਂ ਦਾ ਝੰਡਾ ਚੁੱਕ ਕੇ ਚੱਲਣ ਵਾਲਾ ਸੀ। ਬੰਗਾਲ ਤੋਂ ਬਾਅਦ ਸਟੇਟ ਆਟੋਨਮੀ ਦੀ ਗੱਲ ਇਹਨਾਂ ਨੇ ਕੀਤੀ ਸੀ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਨੂੰ ਉਸ ਸਮੇਂ ਦੇ ਮੀਡੀਆ ਨੇ ਜਿਸ ਤਰੀਕੇ ਨਾਲ ਪ੍ਰਚਾਰਿਆ ਜਾਂ ਜਿਸ ਤਰੀਕੇ ਨਾਲ ਉਹਨੂੰ ਮਿਸ ਇਨਫੋਰਮਡ ਕੀਤਾ ਵਾ, ਲੋਕਾਂ ਦੇ ਮਨਾਂ 'ਚ ਇਮੇਜ ਹੀ ਹੋਰ ਬਣ। ਪੜ੍ਹੋ ਤਾਂ ਸਹੀ ਉਹਨੂੰ, ਆਟੋਨਮੀ ਦੀ ਗੱਲ ਕਰਦਾ। ਪਰ ਸੁਖਵਿੰਦਰ ਜੀ ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜਾ ਗਲੋਬਲ ਡਿਵੈਲਪਮੈਂਟ ਪ੍ਰੋਸੈਸ ਹੈਗਾ, ਜਿਹੜਾ ਸਿਸਟਮ ਹੈਗਾ, ਜਿਸ ਸਿਸਟਮ ਅਸੀਂ ਰਹਿ ਰਹੇ ਹਾਂ, ਉਹਦੇ ਵਿੱਚ ਸੈਂਟਰਲਾਈਜੇਸ਼ਨ ਜਿਹੜੀ ਹੈਗੀ ਉਹਦੇ ਪਾਵਰ ਉਹਦੇ ਕੋਲ ਜਾਂਦੀ ਹੈ ਜਿਹਦੇ ਹੱਥ 'ਚ ਪੈਸਾ ਹੈ। ਪਰ ਅਮਰੀਕਾ ਦੀ ਐਗਜ਼ਾਮਪਲ ਦੇਣੀ ਚਾਹੁੰਦਾ, ਸਭ ਤੋਂ ਵੱਡਾ ਜਿਹੜਾ ਫੈਡਰਲ ਸਿਸਟਮ ਸੀਗਾ, ਸਟਰਕਚਰ ਸੀਗਾ, ਜਿਹੜਾ ਸੰਵਿਧਾਨ ਅਸੀਂ ਓਰੀਜਨਲ ਜਿਹੜਾ 1 ਘੰਟੇ 'ਚ ਪੜ੍ਹ ਸਕਦੇ ਹਾਂ, ਸਵਾਏ 4-5 ਮੁੱਦਿਆਂ ਤੋਂ ਬਾਕੀ ਸਾਰੀਆਂ ਸਟੇਟਾਂ ਦੇ ਕੋਲ ਹੁੰਦਾ ਸੀ ਜੋ ਪਾਵਰ ਹੁੰਦੀ ਸੀ। ਐਂਡ ਹੁਣ ਤੁਸੀਂ ਦੇਖੋ ਕਿ ਖਾਸ ਕਰਕੇ ਸੈਕੰਡ ਵਰਲਡ ਵਾਰ ਤੋਂ ਬਾਅਦ ਜਦੋਂ ਟ੍ਰੇਡ ਵਧਿਆ, ਜਦੋਂ ਆਬਾਦੀ ਵਧੀ ਆ, ਜਦੋਂ ਮਾਈਗ੍ਰੇਸ਼ਨ ਵਧੀ ਆ, ਜਦੋਂ ਕਮਿਊਨੀਕੇਸ਼ਨ ਵਧੀ ਆ, ਜਦੋਂ ਨਿਊਕਲੀਅਰ ਵੈਪਨਸ ਵਧੇ ਆ, ਜਦੋਂ ਲੜਾਈਆਂ ਵਧੀਆਂ ਵਾ, ਤੇ ਅਲਟੀਮੇਟਲੀ ਸੈਂਟਰ ਜਦੋਂ ਐਕਸਪੋਰਟ ਇੰਪੋਰਟ ਵਧਿਆ ਵਾ ਤੇ ਸੈਂਟਰ ਤਾਕਤਵਰ ਹੋ ਗਿਆ। ਹੁਣ ਅਮਰੀਕਾ ਦੇ ਵਿੱਚ ਵੀ ਸਾਰੇ ਜਾਂ ਪ੍ਰੈਜ਼ੀਡੈਂਟ ਦੀ ਗੱਲ ਕਰਦੇ ਆ ਜਾਂ ਸੈਕਟਰੀ ਆਫ ਸਟੇਟ ਦੀ ਗੱਲ ਕਰਦੇ ਆ, ਕੋਈ ਸਟੇਟਾਂ ਦੀ ਗੱਲ ਹੀ ਨਹੀਂ ਕਰਦਾ। ਇਹ ਟੈਂਡੈਂਸੀ ਆਲ ਓਵਰ ਵਰਲਡ ਹੈ
ਇਹ ਜਿਹੜੀ ਜਿੱਦਾਂ ਦੀ ਗਰੋਥ ਹੋਈ ਆ ਜਾਂ ਡਿਵੈਲਪਮੈਂਟ ਹੋਈ ਆ, ਇਹਨੂੰ ਤੁਸੀਂ ਕੈਪੀਟਲਿਜ਼ਮ ਦੀ ਗੱਲ ਕਰ ਲਓ, ਤੁਸੀਂ ਸੋਸ਼ਲਿਜ਼ਮ ਦੇ ਵਿੱਚ ਚਲੋ ਹੈ ਸੈਂਟਰਲਾਈਜੇਸ਼ਨ ਸੀਗੀ, ਇਹ ਕੈਪੀਟਲਿਸਟ ਜਿਹੜਾ ਮਾਡਲ ਆਫ ਡਿਵੈਲਪਮੈਂਟ ਆ ਇਹਨੇ ਅਲਟੀਮੇਟਲੀ ਸੈਂਟਰਲਾਈਜ਼ ਜਿਹੜਾ ਹੈਗਾ ਵਾ ਪਾਵਰਫੁਲ ਆ ਸੈਂਟਰ ਫੋਰਸਿਸ ਨੂੰ ਕੀਤਾ। ਸਾਡੇ ਵੀ ਇਦਾਂ ਹੋਇਆ, ਹੌਲੀ ਹੌਲੀ ਦੇਖੋ ਤੁਸੀਂ ਸਾਰੇ ਸੋਰਸਿਸ ਸੈਂਟਰ ਦੇ ਕੋਲ ਆ, ਜੋ ਇੰਪੋਰਟ ਐਕਸਪੋਰਟ ਵਾਲਾ ਪੈਸੇ ਕਿਹਦੇ ਕੋਲ ਆ, GST ਦਾ ਪੈਸਾ ਕਿਹਦੇ ਕੋਲ ਜਾਂਦੇ ਆ, ਗ੍ਰਾਂਟਾਂ ਕੌਣ ਦਿੰਦਾ ਵਾ, ਡਿਸਾਈਡ ਕੌਣ ਕਰਦਾ ਵਾ। ਤੇ ਇੱਕ ਹੁੰਦੀ ਸਾਡੇ ਕਹਾਵਤ ਹੈਗੀ ਆ ਕਿ ਵਨ ਹੂ ਹੋਲਡਸ ਦਾ ਪਾਵਰ ਪਰਸ ਹੋਲਡਸ ਦਾ ਪਾਵਰ। ਪਰ ਸਾਨੂੰ ਆਪਣੇ ਸਿਸਟਮ ਦੇ ਵਿੱਚ ਰਾਜਾਂ ਕੋਲ ਇੰਨੀ ਆਟੋਨਮੀ ਹੈਗੀ ਆ, ਰਾਜਾਂ ਦੇ ਕੋਲ ਇੰਨੇ ਅਧਿਕਾਰ ਹੈਗੇ ਆ, ਪਰ ਅਲਟੀਮੇਟਲੀ ਜਿਹੜੀ ਰਾਜਾਂ ਦੀ ਲੀਡਰਸ਼ਿਪ ਆ, ਤੁਸੀਂ ਦੇਖੋ ਰੀਜਨਲ ਲੀਡਰਸ, ਰੀਜਨਲ ਪਾਰਟੀਆਂ ਖਾਨਦਾਨੀ ਪਾਰਟੀਆਂ, ਉਹ ਪਿਓ ਆ, ਪੁੱਤ ਵਾ, ਉਹ ਧੀਆਂ ਵਾ, ਉਹ ਸੱਸ ਵਾ, ਉਹ ਸਹੁਰਾ ਵਾ, ਉਹ ਜਵਾਈ ਆ, ਉਹ ਸਾਲਾ ਵਾ। ਇਹ ਡੈਮੋਕ੍ਰੈਟਿਕ ਸਿਸਟਮ ਦਾ ਡੈਮੋਕ੍ਰੈਟਿਕ ਜਿਹੜੀ ਲੈਜੀਟੀਮੇਸੀ ਉਹ ਤੇ ਇਹਨਾਂ ਨੇ ਜਿਹੜੀ ਹੈਗੀ ਆ ਡਿਮੋਲਿਸ਼ ਕੀਤੀ ਆ। ਔਰ ਅਲਟੀਮੇਟਲੀ ਹੁਣ ਉਸ ਕਟਹਿਰੇ ਤੇ ਖੜੇ ਹੋ ਗਏ ਆ ਜਿੱਥੇ ਕੱਖੋਂ ਹੌਲੇ ਆ, ਜਿੱਥੇ ਇਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਵੀ ਖੱਬੇ ਪਾਸੇ ਜਾਣਾ ਕਿ ਸੱਜੇ ਪਾਸੇ ਜਾਣਾ, ਜਿੱਧਰ ਦੀ ਹਵਾ ਚੱਲਦੀ ਉਸ ਪਾਸੇ ਨੂੰ ਤੁਰ ਪੈਂਦੇ ਆ। ਇਹ ਤਾਂ ਤੁਹਾਨੂੰ ਇੱਕ ਅਸਰਟਿਵ ਲੀਡਰ ਚਾਹੀਦੇ ਆ, ਜਿਹੜਾ ਸਟੇਟ ਸੈਂਟਰਲ ਲੀਡਰ ਚਾਹੀਦੇ ਆ। ਆਪਾਂ ਪੰਜਾਬ ਦੇ ਲੋਕਾਂ ਨੇ ਏਡੀ ਵੱਡੀ ਸਰਕਾਰ ਨੂੰ ਫਤਵਾ ਦਿੱਤਾ, ਤਾਂ ਅਲਟੀਮੇਟਲੀ ਇਹ ਇੱਕ ਲੀਡਰਸ਼ਿਪ ਸੈਂਟਰ ਦੀ ਹੈਗੀ, ਇੱਕ ਇਹਨਾਂ ਦੀ ਪਾਰਟੀ ਦੀ ਐਲੀਜੈਂਸ ਉਸ ਪਾਸੇ ਵੱਲ ਤੁਰੇ ਫਿਰਨ ਰਹੇ ਆ। ਕਿਰਦਾਰ ਜਿਹੜਾ ਸਾਨੂੰ ਕੱਦਾਵਾਰ ਜਿਹੜੇ ਲੀਡਰ ਜਿਹੜੇ ਹੈਗੇ ਆ, ਇਸੇ ਕਰਕੇ ਸਾਨੂੰ ਸਟੇਜ ਐਕਟਰ ਨਹੀਂ ਚਾਹੀਦੇ, ਸਾਨੂੰ ਸਟੇਟ ਐਕਟਰ ਚਾਹੀਦੇ ਸੀਗੇ। ਸਾਰੀਆਂ ਸਟੇਟਾਂ ਚਾਹੀਦੇ ਇੱਦਾਂ ਦਾ। ਸਾਨੂੰ ਆਪਣੇ ਰਿਸੋਰਸ, ਸਾਨੂੰ ਆਰਗੂਮੈਂਟ, ਸਾਨੂੰ ਆਪਣੇ ਲੋਕਾਂ ਨੂੰ ਆਪ ਸਟਰੈਂਥਨ ਕਰਨਾ ਪਊਗਾ, ਉਹਨਾਂ ਨਾਲ ਆਰਗੂ ਕਰਨਾ ਪਊਗਾ। ਪਰ ਇੱਥੇ ਤੇ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਹੈਗੀਆਂ, ਪੰਚਾਇਤਾਂ ਜਿਹੜੀਆਂ ਹੈਗੀਆਂ, ਜਿਹੜੀਆਂ ਸੰਵਿਧਾਨ ਨੇ ਬਣਾਈਆਂ ਵਾ, ਉਹਨਾਂ ਨੂੰ ਅੱਖਾਂ ਮੀਟ ਕੇ ਤੁਸੀਂ ਜਿਹੜਾ ਹੈਗਾ ਉਹ ਲਾਂਭੇ ਕਰਨ ਦੇ ਜੋ। ਕਿਸੇ ਵੀ ਸਰਕਾਰ ਦੀ, ਕਿਸੇ ਵੀ ਪਾਰਟੀ ਦੀ ਸਟਰੈਂਥ ਉਹਦੀ ਆਰਗੇਨਾਈਜੇਸ਼ਨ ਹੁੰਦੀ ਆ। ਸਰਕਾਰਾਂ ਦੀ ਜਿਹੜੀ ਗ੍ਰਾਸ ਰੂਟ ਲੈਵਲ ਜਿਹੜੀ ਗਵਰਨਮੈਂਟ ਹੈਗੀ ਆ, ਉਹ ਤੁਹਾਡੀ ਹੈਗੀਆਂ ਪੰਚਾਇਤਾਂ ਹੈਗੀਆਂ, ਤੁਹਾਡੀਆਂ ਜੜ੍ਹਾਂ ਜਿਹੜੀਆਂ ਵਾ ਉਹ ਪੰਚਾਇਤਾਂ ਹੈਗੀਆਂ। ਕਿਹੜੀ ਸਟੇਟ ਨੇ ਆਪਣੀ ਜੜ੍ਹਾਂ ਨੂੰ ਤਗੜਾ ਕਰ ਦਿੱਤਾ? 73rd ਅਮੈਂਡ ਦੇ ਵਿੱਚ 29 ਡਿਪਾਰਟਮੈਂਟ ਪੰਚਾਇਤਾਂ ਕੋਲ ਜਾਣੇ ਚਾਹੀਦੇ ਸੀਗੇ, ਡੀਸੈਂਟਰਲਾਈਜ਼ ਕਰਨਾ ਚਾਹੀਦਾ ਸੀਗਾ। ਜਿਨ੍ਹਾਂ ਸਿਸਟਮ ਦੀ ਆਪਾਂ ਗੱਲ ਕਰਦੇ ਹਾਂ, ਉੱਥੋਂ ਦੀਆਂ ਜਿਹੜੀਆਂ ਖਾਸ ਕਰਕੇ ਮਿਊਨਿਸਪਲ ਕਮੇਟੀਜ਼ ਆ, ਕਾਰਪੋਰੇਸ਼ਨਜ਼ ਆ, ਉਹ ਬਹੁਤ ਹੀ ਜ਼ਿਆਦੀਆਂ ਪਾਵਰਫੁੱਲ ਆ। ਕੈਨੇਡਾ ਦੇ ਵਿੱਚ ਦੇਖਿਆ ਕਿ ਅਸੀਂ, ਇਹ ਸਾਡੇ ਲਈ ਹੈਰਾਨੀ ਦੀ ਗੱਲ ਸੀ ਕਿ ਮੈਂਬਰ ਪਾਰਲੀਮੈਂਟ, ਮੰਤਰੀ, MLA ਉਹ ਉੱਥੋਂ ਛੱਡ ਕੇ ਤੇ ਇੱਕ ਕਾਉਂਟੀ ਦਾ ਜਾਂ ਇੱਕ ਜਿਹੜੀ ਤੁਹਾਡੀ ਕਾਉਂਸਲ ਹੈਗੀ ਉਹਦੇ ਮੇਅਰ ਨੂੰ ਬਣਨਾ ਪਸੰਦ ਕਰਨਾ ਚਾਹੁੰਦੀ ਆ, ਕਿਉਂਕਿ ਕਹਿੰਦੇ ਇੱਥੇ ਰਿਸੋਰਸਿਸ ਬਹੁਤ ਆ, ਪਾਵਰਸ ਬਹੁਤ ਆ, ਡੀਸੈਂਟਰਲਾਈਜ਼ ਕੀਤਾ ਹੈ। ਜੇ ਇੱਕ ਜਿਹੜੀ ਤੁਹਾਡਾ ਏਰੀਆ ਦਾ ਜਿਹੜਾ ਕਾਉਂਸਲ ਜਿਹੜੀ ਹੈਗੀ ਉਹਨੇ ਮਤਾ ਪਾਸ ਕਰਤਾ, ਸਟੇਟ ਦਾ ਮਤਾ ਉੱਥੇ ਲਾਗੂ ਨਹੀਂ ਹੋਊਗਾ। ਇਹ ਸਾਨੂੰ ਕ੍ਰੀਏਟ ਕਰਨਾ ਪੈਣਾ। ਸੰਸਥਾਵਾਂ ਬਣਾ ਦਿੱਤੀਆਂ ਗਈਆਂ ਸੀਗੀਆਂ, ਸੰਸਥਾਵਾਂ ਨੂੰ ਤਬਾਹ ਕਰਨ ਵਾਲੇ ਜਿਹੜੇ ਹੈਗੇ ਆ ਇਹ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ, ਉਹਦੇ ਜ਼ਿੰਮੇਵਾਰ ਅਸੀਂ ਵੀ ਹੈ, ਅਸੀਂ ਇਹਨਾਂ ਨੂੰ ਚੁਣਦੇ ਹਾਂ। ਜਾਂ ਢਾਂਚਾ ਉਹ ਬਣ ਗਿਆ, ਪੈਸੇ ਵਾਲਾ ਹੀ ਅੱਗੇ ਆਊਗਾ, ਮਸਲ ਪਾਵਰ ਵਾਲਾ ਹੀ ਆਊਗਾ, ਜਾਂ ਜਿਹੜਾ ਤੁਹਾਡਾ ਦਬੰਗ ਬੰਦਾ ਉਹੀ ਅਗਲੇ ਪਾਸੇ ਆਊਗਾ, ਜਾਂ ਤੁਸੀਂ ਰਿਸ਼ਤੇਦਾਰਾਂ ਨੂੰ ਅੱਗੇ ਲੈ ਕੇ ਆਓਗੇ, ਜਾਂ ਧੀਆਂ ਪੁੱਤਾਂ ਨੂੰ ਲੈ ਕੇ ਆਓਗੇ। ਟ੍ਰੈਜਡੀ ਆ ਇਸ ਸਿਸਟਮ ਦੀ ਹੈਗੀ ਆ ਕਿ ਇਹ ਖਾਨਦਾਨੀ ਸਿਸਟਮ ਤੋਂ ਬਾਹਰ ਨਿਕਲਣਾ ਚਾਹੀਦਾ, ਲੋਕਾਂ ਨੂੰ ਕੱਢਣਾ ਚਾਹੀਦਾ, ਲੋਕਾਂ ਨੂੰ ਤਗੜੇ ਹੋਣਾ ਚਾਹੀਦਾ, ਸਰਕੂਲੇਸ਼ਨ ਆਫ ਲੀਡ ਹੋਣਾ ਚਾਹੀਦਾ ਕਿ ਹੋਰ ਲੋਕ ਕਿਉਂ ਨਹੀਂ ਆਉਂਦੇ। ਡੈਮੋਕ੍ਰੇਸੀ ਸਿਰਫ ਉਹਨਾਂ ਵਾਸਤੇ ਕਿ ਜਿਹੜੇ ਤਾਕਤ ਦੇ ਵਿੱਚ ਆ, ਦੂਸਰਿਆਂ ਵਾਸਤੇ ਕਿਉਂ ਨਹੀਂ ਹੈਗੀ? ਤਾਂ ਜਿਹੜਾ ਤਾਣਾ ਬਾਣਾ ਹੈਗਾ ਵਾ, ਇਹ ਇਸ ਵੇਲੇ ਜਿਹੜਾ ਸਾਰਾ ਖਿਲਾਰਾ ਪਿਆ, ਇਸ ਖਿਲਾਰੇ ਨੂੰ ਸੰਭਾਲਣ ਵਾਸਤੇ ਚਾਹੇ ਸਟੇਟ ਦਾ ਖਿਲਾਰਾ ਹੈ, ਚਾਹੇ ਉਹ ਦੇਸ਼ ਦਾ ਖਿਲਾਰਾ ਹੈ, ਚਾਹੇ ਪਿੰਡ ਦੇ ਵਿੱਚ ਪੰਚਾਇਤ ਦਾ ਖਿਲਾਰਾ ਹੈ, ਉਹਨੂੰ ਸੰਭਾਲਣ ਵਾਸਤੇ ਲੋਕਾਂ ਨੂੰ ਆਪ ਅੱਗੇ ਆਉਣਾ ਪਊਗਾ, ਲੋਕਾਂ ਨੂੰ ਆਪ ਇਨੀਸ਼ੀਏਟਿਵ ਲੈਣਾ ਪਊਗਾ। ਤਾਂ ਹੀ ਆਟੋਨਮੀ ਜਿਹੜੀ ਹੈਗੀ ਆ, ਤਾਂ ਹੀ ਜਿਹੜਾ ਹੈਗਾ ਲੋਕ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਆ ਤੇ ਅਗਲੇ ਪਾਸੇ ਵੱਧ ਸਕਦੇ ਆ। ਜੇ ਅਸੀਂ ਇਹਨਾਂ ਤੋਂ ਆਸ ਰੱਖਾਂਗੇ ਤੇ ਮੈਨੂੰ ਲੱਗਦਾ ਸਾਨੂੰ ਹੋਰ ਡਿਸਪਾਇੰਟ ਕਰਨਗੇ। ਪ੍ਰੋਫੈਸਰ ਸਾਹਿਬ, ਜਦੋਂ ਤੁਸੀਂ ਕਹਿੰਦੇ ਹੋ ਨਾ ਕਿ ਖਾਨਦਾਨੀ ਪਸਾਰਾ, ਲੋਕਾਂ ਨੇ ਉਹਨੂੰ ਪਾਸੇ ਕੀਤਾ, ਅਸੀਂ ਲੋਕਾਂ ਤੋਂ ਉਮੀਦ ਕਰਦੇ ਹਾਂ, ਲੋਕਾਂ ਨੇ ਦਿੱਤਾ ਆਪਣਾ ਫਤਵਾ, ਪੰਜਾਬ ਦੇ ਵਿੱਚ 92 MLA ਬਣਾਤੇ। ਉਹ ਲੋਕ ਜਿਨ੍ਹਾਂ ਕੋਲ ਬਹੁਤੀ ਮਸਲ ਪਾਵਰ ਨਹੀਂ, ਬਹੁਤਾ ਪੈਸਾ ਨਹੀਂ, ਮੱਥਾ ਲਾਇਆ, ਬਾਦਲ ਸਾਹਿਬ ਵਰਗੇ, ਕੈਪਟਨ ਸਾਹਿਬ ਵਰਗੇ ਸਾਰੇ ਹਰਾ ਕੇ ਪਾਸੇ ਕਰ ਦਿੱਤੇ। ਹੁਣ ਕੀ ਆ ਕਿ ਜਿਸ ਤਰੀਕੇ ਨਾਲ ਸਰਕਾਰ ਉਲਝੀ ਹੋਈ ਹੈ, ਲੋਕ ਵੀ ਤਮਾਸ਼ਾ ਦੇਖ ਰਹੇ ਨੇ, ਕਦੇ ਰਾਜਪਾਲ ਸਾਹਿਬ ਨਾਲ ਸਿੰਘ ਫਸ ਜਾਂਦੇ, ਹੁਣ ਪਟਵਾਰੀਆਂ ਦਾ ਰੌਲਾ ਪਿਆ ਹੋਇਆ, ਜਾਂ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ ਰੌਲਾ ਪਿਆ, ਰੌਲੇ ਤੇ ਰੌਲਾ ਅੱਗੇ ਦੀ ਅੱਗੇ ਹੋਰ ਨਵੇਂ ਵਿਵਾਦ ਖੜੇ ਹੁੰਦੇ ਨੇ। ਤਾਂ ਫਿਰ ਇੱਥੇ ਅਸੀਂ ਕੀ ਮੰਨੀਏ ਕਿ ਲੋਕਾਂ ਨੇ ਤਾਂ ਆਪਣੇ ਵੱਲੋਂ ਬਦਲਾਅ ਕੀਤਾ ਸੀ, ਤੇ ਜੇ ਉਹ ਬਦਲਾਅ ਰਾਸ ਨਹੀਂ ਆਉਂਦਾ ਤਾਂ ਫਿਰ ਗਾਹ ਕੀ? ਬੰਦਾ ਕਿਹੜਾ ਹੈ? ਲੋਕਾਂ ਨੇ ਬਦਲਾਅ ਦੇ ਦਿੱਤਾ, ਸਿਰਫ ਆਲਟਰਨੇਟਿਵ ਕੀ ਹੈ? ਕਿ ਬੰਦਾ ਕੰਪੀਟੈਂਟ ਹੈਗਾ, ਕਿ ਬੰਦੇ ਦੀ ਇੰਨੀ ਕੈਪੇਬਿਲਿਟੀ ਹੈਗੀ ਆ? ਮੈਂ ਬਾਰ-ਬਾਰ ਕਹੀ ਨਾ, ਸਟੇਟ ਨੂੰ ਮੈਨੇਜ ਕਰਨਾ ਤੇ ਸਟੇਟ ਨੂੰ ਮੈਨੇਜ ਕਰਨਾ ਦੋ ਡਿਫਰੈਂਟ ਚੀਜ਼ਾਂ ਹੈਗੀਆਂ। ਲੋਕਾਂ ਨੇ ਬਹੁਤ ਆਪਣਾ ਫਰਜ਼ ਅਦਾ ਕੀਤਾ, ਚੰਗੀ ਗੱਲ ਆ।
ਲੋਕ ਮੁੜ ਕੇ ਵੀ ਐਕਸਪੈਰੀਮੈਂਟ ਕਰਨਗੇ। ਇਹ ਸਰਕਾਰ ਜਿੰਨੀ ਪਪੂਲੈਰਿਟੀ ਪਬਲਿਸਿਟੀ ਸੀਗੀ, ਮੈਨੂੰ ਲੱਗਦਾ ਕਿ ਖਾਸ ਕਰਕੇ ਪੰਚਾਇਤੀ ਰਾਜ ਸਿਸਟਮ ਦੇ ਨਾਲ, ਜਾਂ ਜਿਹੜਾ ਖਾਸ ਕਰਕੇ ਤੁਸੀਂ ਦੇਖੋ ਐਸਮਾ ਅਸੀਂ ਬਹੁਤ ਲੰਮੇ ਸਮੇਂ ਤੋਂ ਇੰਦਰਾ ਗਾਂਧੀ ਦੇ ਸਮੇਂ ਦੇ ਵਿੱਚ ਸੁਣਦੇ ਸੀ, ਐਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ। ਇਹਦਾ ਮਤਲਬ ਹੈਗਾ ਇਹਨਾਂ ਬੁਖਲਾੜ ਦੇ ਵਿੱਚ ਆ ਗਏ। ਕਮਿਊਨੀਕੇਸ਼ਨ, ਜਿਹੜੇ ਇਹਨਾਂ ਦੇ ਚੁਣੇ ਹੋਏ ਨੁਮਾਇੰਦੇ ਆ, ਲੋਕਾਂ ਨਾਲ ਰਾਬਤਾ ਨਹੀਂ ਹੈਗਾ। ਉਹਨਾਂ ਨੂੰ ਤੁਸੀਂ ਜਿਹੜੇ ਚੁਣੇ ਹੋਏ ਨੁਮਾਇੰਦੇ ਹੁੰਦੇ ਆ, ਐਮਐਲਏ ਸਾਹਿਬ ਹੁੰਦੇ ਆ ਜਾਂ ਐਮਪੀ ਸਾਹਿਬ ਹੁੰਦੇ ਆ, ਉਹ ਲਿੰਕ ਹੁੰਦੇ ਆ ਸਰਕਾਰ ਦੇ ਵਿੱਚ ਤੇ ਲੋਕਾਂ ਦੇ ਵਿੱਚ। ਉਹ ਲੋਕਾਂ ਦੇ ਵਿੱਚ ਇਨਵੋਲਵਡ ਹੁੰਦੇ ਆ, ਗੱਲਬਾਤ 'ਚ ਇਨਵੋਲਵਡ ਹੁੰਦੇ ਆ, ਉਹਨਾਂ ਕੋਲ ਬਹਿੰਦੇ ਆ। ਉਹ ਸਿਰਫ ਉਹਨਾਂ ਦੇ ਭੋਗਾਂ ਦੇ ਉੱਤੇ ਜਾਂ ਵਿਆਹਾਂ ਤੇ ਸ਼ਗਨ ਦੇਣ ਜਾਂ ਹੋਰ ਕੰਮ ਕਰਨ ਵਾਸਤੇ ਨਹੀਂ ਬਣੇ ਹੈਗੇ। ਸਾਡਾ ਤਾਂ ਸਿਸਟਮ ਹੀ ਹੋਰ ਆ। ਤੁਸੀਂ ਕਮਿਊਨੀਕੇਟ ਕਰੋ। ਕਿੰਨੇ ਇਹਨਾਂ ਦੇ ਐਮਐਲਏ ਪਬਲਿਕ 'ਚ ਆ ਕੇ ਕਮਿਊਨੀਕੇਟ ਕਰਦੇ ਆ ਵੀ ਮੈਂ ਜਾ ਰਿਹਾ ਭਰਾਓ, ਇੱਥੇ ਆਓ, ਤੁਸੀਂ ਮੈਨੂੰ ਆਪਣਾ ਜਿਹੜਾ ਹੈਗਾ ਵਾ ਦੱਸੋ ਤੁਹਾਡੀਆਂ ਸਮੱਸਿਆ ਕੀ ਹੈਗੀਆਂ। ਸੁਣਿਆ ਕਦੀ ਤੁਸੀਂ? ਐਮਐਲਏ ਆਪਣੇ ਹਲਕੇ ਤੇ ਜਾ ਹੀ ਸਕਦਾ ਨਾ, 90-100 ਪਿੰਡ ਹੁੰਦਾ ਵਾ। ਕੀ ਫਰਕ ਪੈਂਦਾ? ਤੁਸੀਂ ਏਜੰਡਾ ਲੈ ਕੇ ਜਾਓ ਤੇ ਭਾਈ ਦੱਸੋ ਤੁਸੀਂ ਆਹ ਮਸਲੇ ਹੈਗੇ, ਲਓ ਉਹਨਾਂ ਕੋਲ ਫੀਡਬੈਕ। ਜਿਹੜਾ ਨਟੰਕੀ ਇਹਨਾਂ ਨੇ ਇਹ ਪਾਰਟੀ ਨੇ ਪਹਿਲਾਂ ਫੀਡਬੈਕ ਪ੍ਰੋਸੈਸ ਸ਼ੁਰੂ ਕੀਤਾ ਜੀ, ਅਸੀਂ ਫਲਾਣੇ ਨੂੰ ਇੱਦਾਂ ਕਰਾਂਗੇ, ਇਹ ਕਰਾਂਗੇ, ਬੈਲ ਮਾਰ ਕੇ ਸਾਡੇ ਨਾਲ ਮੈਂਬਰ ਜੁੜੋ। ਇਹਦਾ ਮਤਲਬ ਸਾਰਾ ਵੱਡਾ ਲੋਕਾਂ ਦੇ ਨਾਲ ਫਰਾਡ ਸੀਗਾ। ਤੁਸੀਂ ਹੁਣ ਕਿਉਂ ਨਹੀਂ ਫੀਡਬੈਕ ਲਈ? ਤੁਸੀਂ ਪੰਚਾਇਤਾਂ ਦੇ ਮੁੱਦਿਆਂ ਦੇ ਉੱਤੇ ਲੋਕਾਂ ਕੋਲ ਫੀਡਬੈਕ ਕਿਉਂ ਨਹੀਂ ਲਈ ਭਾਈ? ਤੁਸੀਂ ਕਿਉਂ ਨਹੀਂ ਉਹਨੂੰ ਪੜ੍ਹਿਆ ਵੀ ਇਹ ਸੰਵਿਧਾਨਕ ਸੰਸਥਾਵਾਂ ਹੈ, ਤੁਸੀਂ ਤੋੜ ਨਹੀਂ ਸਕਦੇ। ਹੁਣ ਤਾਂ ਇਹ ਵੀ ਆਉਂਦਾ ਕਿ ਦੋ ਵਿਚਾਰੇ, ਕੋਈ ਵਿਚਾਰੇ ਨਹੀਂ ਮੈਂ ਕਹੂੰਗਾ, ਦੋ ਸਿਵਲ ਜਿਹੜੇ ਹੈਗੇ ਆਫੀਸਰ ਵੱਡੇ ਆ, ਉਹਨਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ। ਜਿਸ ਦਿਨ ਰਿਸਪੌਂਸਿਬਿਲਿਟੀ ਚੀਫ ਮਿਨਿਸਟਰ ਦੀ ਹੁੰਦੀ ਆ, ਮੰਤਰੀ ਨੂੰ ਤਾਂ ਚੀਫ ਮਿਨਿਸਟਰ ਜਿਹੜਾ ਹੈਗਾ ਉਹ ਥੋੜਾ ਬਹੁਤਾ ਡਿਸਮਿਸ ਵੀ ਕਰਦੇ, ਚਲੋ ਥੋੜਾ ਬੁਝਾ ਜਿਓ। ਮੇਨ ਰਿਸਪੌਂਸਿਬਿਲਿਟੀਜ਼ ਆਫ ਦਾ ਚੀਫ ਮਿਨਿਸਟਰ। ਜੇ ਚੀਫ ਮਿਨਿਸਟਰ ਨੂੰ ਇਹ ਨਹੀਂ ਪਤਾ ਕਿ ਜਿਹੜਾ ਮੈਂ ਕੰਮ ਕਰਨ ਜਾ ਰਿਹਾ ਵਾਂ ਇਹਦੇ ਨਾਲ ਸੰਵਿਧਾਨਕ ਕ੍ਰਾਈਸਿਸ ਖੜਾ ਹੋ ਸਕਦਾ ਵਾ, ਤੇ ਮੇਰਾ ਖਿਆਲ ਉਸ ਚੀਫ ਮਿਨਿਸਟਰ ਨੂੰ ਵੀ ਉੱਥੇ ਤੁਸੀਂ ਬਹੁਤ ਵੱਡੀ ਆਸ ਨਹੀਂ ਰੱਖ ਸਕਦੇ। ਉਹਦੇ ਤੋਂ ਤੁਸੀਂ ਲੌਂਗ ਟਰਮ ਦੇ, ਮੈਂ ਬਾਰ-ਬਾਰ ਗੱਲ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਢਾਂਚਾਗਤ ਸਮੱਸਿਆਵਾਂ ਹੈਗੀਆਂ। ਪੰਜਾਬ ਪ੍ਰਵਾਸ ਅਜੇ ਵੀ ਚੱਲ ਰਿਹਾ ਹੈ। ਪੰਜਾਬ ਦੀ ਆਰਥਿਕਤਾ ਅਜੇ ਵੀ ਜਿਹੜੀ ਹੈਗੀ ਆ ਉਹ ਮਤਲਬ ਕ੍ਰਾਸ ਰੋਡ ਤੇ ਹੈ। ਪੰਜਾਬ ਦੇ ਵਿੱਚ ਅਜੇ ਵੀ ਕਰਜ਼ੇ ਦੀ ਪੰਡ ਕਿਸੇ ਪਾਸੇ ਵੱਲ ਲੈਣ ਵਾਲੇ ਪਾਸੇ ਵੱਲ ਨਹੀਂ ਤੁਰੀ। ਪੰਜਾਬ ਅਜੇ ਵੀ ਜਿਹੜਾ ਹੈਗਾ ਵਾ ਪੋਜ਼ਿਟਿਵ, ਜਿਹੜੀ ਫਰੀਬੀ ਵਾਲਾ ਉਹਨੂੰ ਦੇਖਣ ਦੀ ਲੋੜ ਨਹੀਂ ਕੀਤੀ। ਪੰਜਾਬ ਦੇ ਵਿੱਚ ਅਜੇ ਵੀ ਜਿਹੜਾ ਹੈਗਾ ਵਾ ਕੋਈ ਤੁਹਾਡਾ ਕੋਈ ਮਾਡਲ ਨਹੀਂ ਲੈ ਕੇ। ਇਹ ਨਹੀਂ ਕਿ 10 ਨੂੰ ਤੁਸੀਂ ਚੜਾ ਦਿਓ ਉੱਥੇ ਸਿੰਗਾਪੁਰ, ਜਿਹੜੇ 20,000 ਸਕੂਲ ਵਾ ਤੇ 20-50 ਪ੍ਰਿੰਸੀਪਲ ਨੂੰ ਚੜਾ ਦਿਓ, ਉਦੋਂ ਤੁਹਾਡਾ ਸੁਧਾਰ ਹੋ ਜਾਊਗਾ। ਜਾਂ ਤੁਸੀਂ IIM ਦੇ ਵਿੱਚ ਸਟਰਕਚਰਲ ਚੇਂਜਸ ਕੀ ਹੈਗੀਆਂ, ਉਹ ਹੈ ਨਹੀਂ ਹੈਗੀਆਂ, ਉਹ ਗੱਲਾਂ ਬਾਤਾਂ ਜੀ ਆ। ਇਸ ਕਰਕੇ ਇਹ ਠੀਕ ਆ, ਦੂਸਰੇ ਬਹੁਤ ਪਾਰਟੀਆਂ ਦੇ ਲੋਕਾਂ ਦੇ ਉਹਨਾਂ ਕੋਲ ਸਤੇ ਪਏ ਸੀ, ਪਰ ਇਹ ਵੀ ਲੋਕਾਂ ਨੂੰ ਡੈਸਪਰੇਟ ਕਰ ਰਹੇ ਆ। ਵੇਅਰ ਇਜ਼ ਦਾ ਵਿਜ਼ਨ? ਵਿਜ਼ਨ ਇਹਨਾਂ ਨੂੰ ਪਿੱਛੋਂ ਦਿਖਾਇਆ ਜਾ ਰਿਹਾ। ਤੀਸਰੀ ਅੱਖ ਦਿੱਲੀ 'ਚ ਬੈਠੀ ਆ, ਉਹ ਦੱਸਦੇ ਪੰਜਾਬ ਦੇ ਮਸਲਿਆਂ ਦਾ ਹੱਲ ਜਿਨ੍ਹਾਂ ਨੇ ਪੰਜਾਬ ਦੇਖਿਆ ਨਹੀਂ ਗਾ। ਉਹ ਦੱਸਣਗੇ ਬਾਰਡਰ ਦੇ ਕਿਸਾਨਾਂ ਦਾ ਹੱਲ, ਜਿਨ੍ਹਾਂ ਨੇ ਬਾਰਡਰ ਜਿਹੜਾ ਸਿਰਫ ਉੱਥੇ ਜਿਹੜਾ ਹੈਗਾ ਅਟਾਰੀ ਬਾਰਡਰ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਤੋਂ ਬਿਨਾਂ ਅਗਲੇ ਪਾਸੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੀ ਦੁਰਦਸ਼ਾ ਦੇਖੀ ਨਹੀਂ ਹੈ। ਉਹ ਦੇਖਣਗੇ ਉਹਨਾਂ ਸਕੂਲਾਂ ਦਾ, ਐਜੂਕੇਸ਼ਨ ਦਾ ਹਾਲ ਜਿਹੜੇ ਬਾਰਡਰ ਦੇ ਉੱਤੇ ਅਜੇ ਵੀ ਲੋਕੀ ਜਿਹੜੇ ਹੈਗੇ 2-2, 3-3 ਕਿਲੋਮੀਟਰ ਜਾਂਦੇ ਆ, ਇੱਕ ਨਾਲੇ ਪਾਰ ਕਰਕੇ ਜਾਂਦੇ ਆ। ਆਪਾਂ ਜੋ ਕੁਝ ਦੇਖ ਰਹੇ ਆ ਵੀ ਕੋਈ ਮੰਤਰੀ ਚਲੇ ਗਏ ਜੀ ਸਕੂਲ ਦੇ ਵਿੱਚ, ਉਹ ਟਮਾਟਰ ਤੇ ਲੱਭਦੇ ਫਿਰਦੇ ਦਾਲ ਦੇ ਵਿੱਚੋਂ, ਪਰ ਕਦੀ ਇਹ ਵੀ ਵੇਖਦੇ ਆ ਵੀ ਇਹ ਸਿਰਫ ਟਮਾਟਰਾਂ ਦੇ ਨਾਲ ਜਿਹੜੀ ਹੈਗੀ ਆ, ਜੇ ਦਾਲ 'ਚ ਟਮਾਟਰ ਹੈਗੇ ਆ, ਜਾਂ ਮਿਡ ਡੇ ਮੀਲ ਚੰਗਾ ਬਣਿਆ, ਸਿਰਫ ਉਹਦੇ ਲਈ ਪੜ੍ਹਾਈ ਬਣ ਜਾਣੀ ਆ। ਕਹਿਣ ਤੋਂ ਭਾਵ ਇਹ ਹੈਗਾ ਕਿ ਮੈਨੂੰ ਇਹ ਲੱਗਦਾ ਕਿ ਇਹ ਅਲਟੀਮੇਟਲੀ ਉਹਨਾਂ ਸਕਸੈਸਫੁਲ ਮਾਡਲ ਨਹੀਂ ਹੋਊਗਾ। ਮੈਂ ਫੇਲਿਅਰ ਤਾਂ ਨਹੀਂ ਕਹੂੰਗਾ, ਜਿੰਨਾ ਲੋਕਾਂ ਨੇ ਐਕਸਪੈਕਟ ਕੀਤਾ ਸੀਗਾ, ਜਿੰਨੀ ਲੋਕਾਂ ਨੇ ਇਹਨਾਂ ਨੂੰ ਇੱਜ਼ਤ ਦਿੱਤੀ ਸੀ, ਔਰ ਜਿੰਨੀ ਲੋਕਾਂ ਨੇ ਇਹਨਾਂ ਨੂੰ ਜਿਹੜਾ ਹੈਗਾ ਸੀ ਸਪੋਰਟ ਕੀਤੀ ਸੀਗੀ। ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਪਹਿਲੀਆਂ ਸਰਕਾਰਾਂ ਤੋਂ ਲੋਕਾਂ ਨੂੰ ਇਹ ਆਸ ਹੈਗੀ ਸੀ ਕਿ ਉਹ ਸਾਨੂੰ ਫੇਲ ਕਰਨਗੇ, ਤੇ ਜੇ ਇਹ ਵੀ ਸਰਕਾਰ ਫੇਲ ਕਰਦੀ ਆ ਤੇ ਮੈਨੂੰ ਲੱਗਦਾ ਵੀ ਇਹ ਤੋਂ ਵੱਡਾ ਪੰਜਾਬ ਨਾਲ ਕੋਈ ਬਹੁਤ ਵੱਡਾ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਇਹ ਤੋਂ ਵੱਡਾ ਕੋਈ ਵਿਸ਼ਵਾਸਘਾਤ ਜਿਹੜਾ ਉਹ ਨਹੀਂ ਹੋਊਗਾ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ। ਚਰਚਾ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਸੀ, ਪਰ ਸੀਮਤ ਸਮਾਂ ਹੁੰਦਾ, ਸੀਮਤ ਸਮੇਂ ਦੇ ਵਿੱਚ ਰਹਿ ਕੇ ਅਸੀਂ ਇਸ ਚਰਚਾ ਨੂੰ ਜਿਹੜਾ ਉਹ ਮੁਕੰਮਲ ਕੀਤਾ ਹੈ। ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਵਿਚਾਰ ਜਿਹੜੇ ਨੇ, ਜੇ ਤੁਸੀਂ ਚਾਹੁੰਦੇ ਹੋ ਕਿ ਹੋਰ ਅੱਗੇ ਵਧੇ, ਹੋਰ ਕਿਹੜੇ-ਕਿਹੜੇ ਸਵਾਲ ਜਿਹੜੇ ਨੇ ਤੁਹਾਡੇ ਸਾਡੇ ਮਨਾਂ ਦੇ ਵਿੱਚ ਜੋ ਹੋਣਗੇ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਚਰਚਾ ਦੇ ਵਿੱਚ।
ਤੇ ਬੇਆਸਾ ਬੇਉਮੀਦਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਬਦਲਾਅ ਜੇ ਅੱਜ ਕੀਤਾ ਗਾਂ ਵੀ ਲੋਕ ਕਰਦੇ ਰਹਿਣਗੇ। ਸੱਤਾ ਬਦਲਦੀ ਰਹਿੰਦੀ ਹੈ, ਪਰ ਗੱਲ ਇਹ ਹੈ ਕਿ ਸਿਰਫ ਪੰਜਾਬ ਦੇ ਮੁੱਦਿਆਂ ਦੇ ਉੱਤੇ ਫੋਕਸ ਰਹਿ ਕੇ ਜੇ ਤੁਸੀਂ ਉਹਨਾਂ ਗਰੰਟੀਆਂ ਨੂੰ ਪੰਜਾਬ ਦੇ ਹੋ ਮੁਕੰਮਲ ਕਰੋਗੇ ਤਾਂ ਯਕੀਨਨ ਤੌਰ ਦੇ ਉੱਤੇ ਲੋਕ ਜਿਹੜਾ ਤੁਹਾਡਾ ਸਾਥ ਦੇਣਗੇ। ਵਿਚਾਰ ਕਮੈਂਟ ਜ਼ਰੂਰ ਕਰਿਓ। ਤਾਕਤ ਪੰਜਾਬ ਨੂੰ ਸਬਸਕ੍ਰਾਈਬ। ਧੰਨਵਾਦ।